ऊट गही मैं तेरी, ना तुम डुलहो ना हम गिरते। रख लीनी हर मेरी, कृपा करहो दीन के दाते। मेरा गुण अवगण ना विचारो कोई, माटी का क्या धोपै स्वामी, मानस की गत एही। ज्ञान ध्यान किछ कर्म न जाना, सार न जाना तेरी। सब ते वड्डा सतगुर नानक, जिन कल राखी मेरी। भगत भंडार गुरबाणी लाल, गावत सुनत कमावत निहाल। गावत सुनत कमावत निहाल। हाज़र हजूर ज़हरा ज़हूर सर्व कला भरपूर, चबर छतर तखत दे मालिक, रूहानियत दे भंडार बरदो आलम शाह, कमाल करामात कायम करीम, रज़ा बख्श राज़िक रहा कुन रहीम। अमा बख्श बख्शिंदह ओ दस्तगीर, ख़ता बख्श रोज़ी देहो दिल पज़ीर। शहनशाह वाली श्री गुरु ग्रंथ साहब महाराज जी दी पावन मुकद्दस हजूरी अंदर गुरुद्वारा श्री गुरु सिंह सभा शामनगर विखे आप सारियां संगतां वडभागी हो, धनता दे जोग हो, जो 3 रोज़ा भगत नामदेव जी का दिहाड़ा, उन्हां दे प्रगट दिहाड़े जन्म दिहाड़े नूं समर्पित गुरमुख प्यारे 13 आसा वैलफेयर दे जिन्हें गुरसिख प्यारे गुरु के प्यार दे विच जुड़ के सतगुरु श्री गुरु ग्रंथ साहब महाराज जी दे विच 15 भगतां नूं समर्पित इस समागम करांदे ने। उन्हां 15 भगतां विचों महाराष्ट्र दे भगत नामदेव जी, जिन्हां दी बाणी श्री गुरु ग्रंथ साहब विच गुरु अर्जुन साहब महाराज जी ने दर्ज की और भगतां नूं गुरु का दर्जा बख्शिया, गुरु तुल दर्जा बख्शिया। ऐसे इस धरती ते ਵੱਖ-ਵੱਖ ਥਾਵਾਂ ਤੇ ਵਸਣ ਵਾਲੇ ਭਗਤ ਜਨ, जिन्हां दी बाणी नूं भाओ तेरा भांग खलड़ी मेरा चीत, मैं दीवाना भया अतीत कर कासा दर्शन की भूख, मैं दर मांगो नीता नीत। ताओ दर्शन की करो समाए, मैं दर मांगत भीखिया पाए। धन गुरु नानक साहब महाराज आप अपनी उदासियां विच जाके इन्हां भगतां दी बाणी नूं इकट्ठा करदे ने, ताकि आम संसार दे विच जिंदगी बसर करने वाला प्राणी मनुख, भावें वो सिख है, हिंदू है, मुसलमान है, पारसी है,
ਭਾਵੇਂ ਉਹਦਾ ਧਰਮ, ਜ਼ਾਤ, ਵਿਸ਼ਵਾਸ, ਰੰਗ, ਭੇਦ ਕੁਛ ਵੀ ਹੈ, ਪਰ ਕੁੱਲ ਕਾਇਨਾਤ ਦੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਿੱਥੇ ਗੁਰੂਆਂ ਦਾ ਉਪਦੇਸ਼ ਦ੍ਰਿੜ ਕਰਾਏ ਆਪਣੇ ਜੀਵਨ ਵਿੱਚ, ਉੱਥੇ ਭਗਤਾਂ ਦੇ ਜੀਵਨ ਵਿੱਚੋਂ ਆਪਣੇ ਜੀਵਨ ਦੀ ਘਾੜਤ ਕਿਵੇਂ ਕਰਨੀ ਹੈ, ਭਗਤਾਂ ਦੀ ਉਚਾਰਨ ਕੀਤੀ ਹੋਈ ਇਸ ਬਾਣੀ ਦੇ ਵਿੱਚ ਸਤਿਗੁਰ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਸੋ ਆਪ ਜੀ ਬਹੁਤ ਪਿਆਰ ਦੇ ਵਿੱਚ ਹਜ਼ੂਰੀ ਰਾਗੀ ਜੱਥੇ ਪਾਸੋਂ ਕੀਰਤਨ ਸਰਵਣ ਕਰ ਰਹੇ ਸੋ। ਆਓ ਅੱਜ ਦੇ ਪਹਿਲੇ ਦੀਵਾਨ ਵਿੱਚ ਭਗਤ ਨਾਮਦੇਵ ਜੀ ਦਾ ਜੀਵਨ, ਉਹਨਾਂ ਦਾ ਜਨਮ, ਉਹਨਾਂ ਦਾ ਪਿਛੋਕੜ, ਉਹਨਾਂ ਦੇ ਜੀਵਨ ਦੀ ਤਬਦੀਲੀ ਅਤੇ 16 ਰਾਗਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਬਾਣੀ ਦਰਜ ਹੈ ਔਰ ਭੈਰੋ ਰਾਗ ਵਿੱਚ ਦਰਜ ਆਪ ਜੀ ਸ਼ਬਦ ਸਰਵਣ ਕਰ ਰਹੇ ਸੋ ਭਾਈ ਸਾਹਿਬ ਜੀ ਪਾਸੋਂ, ਜਿਹਦੇ ਵਿੱਚ ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੂੰ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ, ਤਨ ਮਨ ਰਾਮ ਪਿਆਰੇ ਜੋਗ, ਬਾਦ ਵਿਵਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ, ਅਬ ਜੀ ਜਾਨ ਐਸੀ ਬਨੇ ਆਈ। ਕੈਸੀ ਬਣੀ ਹੈ? ਭਗਤ ਨਾਮਦੇਵ ਜੀ ਕਹਿੰਦੇ, ਮਿਲੋ ਗੋਪਾਲ ਨਿਸ਼ਾਨ ਬਜਾਈ। ਹੁਣ ਅਗਲੀ ਗੱਲ ਕਿ ਜੇ ਇਸ ਧਰਤੀ 'ਤੇ ਕੋਈ ਵੀ ਮੇਰੀ ਨਿੰਦਾ ਕਰਦਾ ਰਹੇ, ਮੈਨੂੰ ਕਿਸੇ ਦੀ ਪਰਵਾਹ ਨਹੀਂ, ਕੋਈ ਮੈਨੂੰ ਮਾੜਾ ਬੋਲੇ, ਕੋਈ ਬਖੀਲੀ ਕਰੇ, ਭਗਤ ਨਾਮਦੇਵ ਜੀ ਕਹਿੰਦੇ ਮੈਂ ਹੁਣ ਸਰਗੁਣ ਭਗਤੀ ਤੋਂ ਉੱਠ ਕੇ ਨਿਰਗੁਣ ਭਗਤੀ ਵੱਲ ਪਹੁੰਚ ਚੁੱਕਿਆ। ਪਹਿਲੇ ਦਿਨ, ਅੱਜ ਦੇ ਦਿਨ ਅਸੀਂ ਭਗਤ ਨਾਮਦੇਵ ਜੀ ਦਾ ਪਿਛੋਕੜ ਤੇ ਜੀਵਨ ਵਿਚਾਰਾਂਗੇ, ਉਹਨਾਂ ਦੇ ਪਿਛੋਕੜ ਪਿੰਡ ਔਰ ਉਹਨਾਂ ਦੇ ਮਿੱਤਰ ਸਾਥੀ, ਉਹਨਾਂ ਦੇ ਪਿਤਾ ਜੀ, ਮਾਤਾ ਜੀ, ਅਤੇ ਕਿਹੜੇ ਗੁਰੂ ਤੋਂ ਉਹਨਾਂ ਨੇ ਦੀਖਿਆ ਪ੍ਰਾਪਤ ਕੀਤੀ। ਅਤੇ ਕੱਲ੍ਹ ਦੇ ਦੀਵਾਨਾਂ ਵਿੱਚ ਭਗਤ ਨਾਮਦੇਵ ਜੀ ਦੀ ਜਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਸ ਬਾਣੀ ਦੇ ਵਿੱਚ ਜਿਹੜੇ ਭੁਲੇਖੇ ਪਾਏ ਗਏ ਨੇ ਕਿ ਭਗਤ ਨਾਮਦੇਵ ਜੀ ਬੀਠੂਲ ਦੇ ਪੁਜਾਰੀ ਸੀ ਜਾਂ ਸ਼੍ਰੀ ਕ੍ਰਿਸ਼ਨ ਦੇ ਪੁਜਾਰੀ ਸਨ, ਅਤੇ ਉਹਨਾਂ ਭੁਲੇਖਿਆਂ ਨੂੰ ਦੂਰ ਕਰਕੇ ਸਰਗੁਣ ਤੋਂ ਨਿਰਗੁਣ ਭਗਤੀ ਵਾਲੇ ਜਿਹੜੇ ਸ਼ਬਦ ਨੇ, ਉਵੇਂ ਕਿਵੇਂ ਭਗਤ ਨਾਮਦੇਵ ਜੀ ਇਸ ਵਿਰੋਧਾਭਾਸ ਅਵਸਥਾ ਨੂੰ ਆਪ ਹੀ ਦੂਰ ਕਰਦੇ ਨੇ। ਅਤੇ ਪਰਸੋਂ ਦਾ ਜਿਹੜਾ ਸਮਾਗਮ ਸਤਿਗੁਰ ਜੀ ਕਿਰਪਾ ਕਰਨ, ਉਹਦੇ ਵਿੱਚ ਅਸੀਂ ਭਗਤ ਨਾਮਦੇਵ ਜੀ ਦੀ ਸਾਰੀ ਬਾਣੀ ਦੇ ਵਿੱਚੋਂ ਕੁਝ 94 ਸ਼ਬਦ ਲੈ ਕੇ ਆਪਣੇ ਜੀਵਨ ਦੀ ਘਾੜਤ ਕਿਵੇਂ ਕਰਨੀ ਹੈ ਉਹ ਵਿਚਾਰਾਂਗੇ। ਸੋ ਇਹ 3 ਦਿਨਾਂ ਦਾ ਸਮਾਗਮ ਹੈ। ਜਿੱਥੇ ਤੱਕ ਦਾਸ ਦੀ ਆਵਾਜ਼ ਪਹੁੰਚ ਰਹੀ ਹੈ, ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਇਹ ਬੇਨਤੀ ਹੈ, ਕਿਉਂਕਿ ਇਹ ਗੁਰਮੁਖ ਪਿਆਰੇ ਸਮਾਗਮ ਕਿਤੇ ਹੋਰ ਵੀ ਕਰਾ ਸਕਦੇ ਸਨ, ਪਰ ਇਸ ਥਾਂ ਦੀ ਪ੍ਰਬੰਧਕ ਕਮੇਟੀ ਦੇ ਮਨ 'ਚ ਚਾਅ ਸੀ ਕਿ ਸੰਗਤ ਇਕੱਠੀ ਹੋਏ, ਭਗਤਾਂ ਦੀ ਬਾਣੀ ਦਾ ਪਤਾ ਲੱਗੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੀ ਬਖਸ਼ਿਸ਼ਾਂ ਨੇ, ਕੀ ਮਾਣਕ ਰਤਨ ਮੋਤੀ ਨੇ, ਉਹਦੇ ਬਾਬਤ ਸੋਝੀ ਮਿਲੇ। ਸੋ ਇਹ ਆਪ ਜੀ ਦੇ ਸਨਮੁਖ ਰਾਗੀ ਸਿੰਘ ਕੀਰਤਨੀਆਂ ਨੂੰ ਸੱਦ ਕੇ ਔਰ ਕਥਾ ਦੇ ਸਮਾਗਮ ਇਸ ਲਈ ਕੀਤੇ ਗਏ ਨੇ ਤਾਂ ਕਿ ਇਲਾਕਾ ਨਿਵਾਸੀ ਸੰਗਤਾਂ ਨੂੰ ਲਾਹਾ ਪਹੁੰਚੇ। ਸੋ ਆਪ ਜਿੰਨੇ ਗੁਰਦਰਬਾਰ ਵਿੱਚ ਮੌਜੂਦ ਹੋ, ਜਿੰਨੇ ਘਰ ਬੈਠੇ ਮੀਡੀਆ ਰਾਹੀਂ ਸਰਵਣ ਕਰ ਰਹੇ ਹੋ, ਆਪ ਅਸੀਸ ਬਖਸ਼ੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਹੀ ਆਪਣੀ ਬਾਣੀ ਦੀ ਵਿਚਾਰ ਕਰਾਉਣ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1892 ਈਸਵੀ ਦੇ ਵਿੱਚ ਮਰਾਠੀ ਭਾਸ਼ਾ ਦੇ ਵਿੱਚ ਭਗਤ ਨਾਮਦੇਵ ਜੀ ਦੇ ਜੀਵਨ ਦੇ ਉੱਤੇ ਇੱਕ ਰਚਨਾ, ਇੱਕ ਗ੍ਰੰਥ ਲਿਖਿਆ ਗਿਆ, ਜਿਸ ਰਚਨਾ ਨੂੰ ਮਰਾਠੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਔਰ ਜਿਸ ਰਚਨਾ ਬਾਬਤ ਸਾਡੀ ਧਰਤੀ 'ਤੇ ਬਹੁਤ ਸਾਰੇ ਵਿਦਵਾਨ ਜਨ, ਬਹੁਤ ਸਾਰੇ ਹੋਰ ਸ਼ਖਸੀਅਤਾਂ, ਮਦਨ ਮੋਹਨ ਮਾਲਵੀਏ ਜਾਂ ਹੋਰ ਜਿੰਨੀਆਂ ਸ਼ਖਸੀਅਤਾਂ ਸਨ ਸਾਡੇ, ਭਾਵੇਂ ਕਿ ਇਸ ਧਰਤੀ 'ਤੇ ਜਿਨ੍ਹਾਂ ਨੇ ਉਸ ਲਿਖੇ ਹੋਏ ਗ੍ਰੰਥ ਦੀ ਸ਼ੋਭਾ ਕੀਤੀ, ਜਿਹਦੇ ਵਿੱਚ ਭਗਤ ਨਾਮਦੇਵ ਜੀ ਦੇ ਜੀਵਨ ਦਾ ਬਹੁਤ ਸਾਰਾ ਹਿੱਸਾ ਉਹਦੇ ਵਿੱਚ ਜ਼ਿਕਰ ਕੀਤਾ ਗਿਆ। ਕਿਉਂਕਿ
ਭਗਤ ਜੀ ਦਾ ਜਿਹੜਾ ਜਨਮ ਹੋਇਆ ਉਹ ਮਹਾਰਾਸ਼ਟਰ ਦੀ ਧਰਤੀ 'ਤੇ ਹੋਇਆ, ਜਿਸ ਧਰਤੀ 'ਤੇ ਉਹਨਾਂ ਦੀ ਆਮਦ ਹੋਈ ਹੈ। ਕ੍ਰਿਸ਼ਨਾ ਨਦੀ ਉੱਥੋਂ ਵਹਿੰਦੀ ਹੈ, ਉਹਦੇ ਕੰਢੇ 'ਤੇ ਇੱਕ ਪਿੰਡ ਵਸਦਾ, ਜਿਸ ਪਿੰਡ ਦੇ ਵਿੱਚ ਭਗਤ ਨਾਮਦੇਵ ਜੀ ਦੀ ਆਮਦ ਹੋਈ ਹੈ। ਔਰ ਸਾਰੇ ਵਿਦਵਾਨਾਂ ਦੀ ਵੱਖ-ਵੱਖ ਰਾਏ ਸੀ ਕਿ ਭਗਤ ਨਾਮਦੇਵ ਜੀ ਦੇ ਜਨਮ ਦੀ ਤਿਥ ਕੀ ਹੈ, ਪਰ ਕੁੱਲ ਮਿਲਾ ਕੇ ਸਾਰੇ ਵਿਦਵਾਨਾਂ ਨੇ ਇੱਕੋ ਹੀ ਤਿਥੀ ਨੂੰ ਮੁੱਖ ਕਰਕੇ ਪੂਰਨ ਰੂਪ ਦੇ ਵਿੱਚ ਸੱਚਾ ਮੰਨਿਆ। ਉਹ ਹੈ ਕਿ 1270 ਈਸਵੀ ਨੂੰ ਭਗਤ ਨਾਮਦੇਵ ਜੀ ਦਾ ਜਨਮ ਹੋਇਆ, ਕਿਉਂਕਿ ਭਗਤ ਨਾਮਦੇਵ ਜੀ ਦੀ ਲਿਖਤ ਦੇ ਵਿੱਚ ਬਹੁਤ ਸਾਰੇ ਐਸੇ ਲਫ਼ਜ਼ ਇਸਲਾਮੀ ਨੇ, ਉਰਦੂ ਅਤੇ ਫਾਰਸੀ ਦੇ ਖਾਸ ਕਰ ਨੇ ਜਾਂ ਅਰਬੀ ਦੇ ਨੇ, ਅਤੇ ਵਿਦਵਾਨਾਂ ਨੂੰ ਇਹ ਭੁਲੇਖਾ ਪਿਆ ਕਿ ਭਗਤ ਨਾਮਦੇਵ ਜੀ 1270 ਈਸਵੀ ਦੇ ਵਿੱਚ ਜੇ ਆਏ ਨੇ ਅਤੇ ਮੁਗਲ ਦਾ ਦੌਰ ਵੀ ਉਸ ਵੇਲੇ ਤਾਜ਼ਾ ਆਇਆ, ਅਤੇ ਇਹਦਾ ਮਤਲਬ ਜੇ ਮੁਗਲ ਦਾ ਦੌਰ ਆਇਆ ਤਾਂ ਕੁਝ ਕੁ ਸਮਾਂ, ਕੁਝ ਕੁ ਸਾਲ ਤਾਂ ਲੱਗਣਗੇ ਉਸ ਭਾਸ਼ਾ ਨੂੰ ਅਡੈਪਟ ਕਰਨ ਲੱਗਿਆਂ। ਫਿਰ ਉਹਨਾਂ ਨੇ ਭਗਤ ਨਾਮਦੇਵ ਜੀ ਦੀ ਜਿਹੜੀ ਤਿਥ ਸੀ ਹੋਰ ਅੱਗੇ ਲੈ ਗਏ। ਪਰ ਕਈ ਵਿਦਵਾਨਾਂ ਨੇ ਇਹ ਜ਼ਿਕਰ ਕੀਤਾ ਕਿ ਨਹੀਂ, ਕਿ ਭਗਤ ਨਾਮਦੇਵ ਜੀ ਜੇ ਮਰਾਠੀ ਮਹਾਰਾਸ਼ਟਰੀ ਭਾਸ਼ਾ ਇਹ ਵਰਤਦੇ ਨੇ, ਮਰਾਠੀ ਉਹਨਾਂ ਦੀ ਮੂਲ ਬੋਲੀ ਦੇ ਵਿੱਚ ਉਸ ਅਗਮੀ ਪਾਰਬ੍ਰਹਮ ਪਰਮੇਸ਼ਵਰ ਦੇ ਗਿਆਨ ਨੂੰ ਪ੍ਰੇਮ ਦੇ ਵਿੱਚ ਉਚਾਰਦੇ ਨੇ, ਪਰ ਇਸ ਤੋਂ ਪਹਿਲਾਂ ਕਈ ਸਾਲ ਪਹਿਲਾਂ ਉਸ ਧਰਤੀ 'ਤੇ ਸੂਫੀ ਮਤ ਦਾ ਵੀ ਪ੍ਰਭਾਵ ਆ ਚੁੱਕਾ ਹੈ। ਸੂਫੀ ਮਤ ਦੇ ਪ੍ਰਭਾਵ ਕਰਕੇ ਭਗਤ ਨਾਮਦੇਵ ਜੀ ਦੀ ਬੋਲੀ ਦੇ ਵਿੱਚ ਇਸਲਾਮੀ ਲਫ਼ਜ਼ ਵੀ ਨੇ। ਅਤੇ ਦੂਸਰਾ ਕਾਰਨ ਇਹ ਹੈ ਕਿ ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਦੇ 20 ਸਾਲ ਤਕਰੀਬਨ ਮਹਾਰਾਸ਼ਟਰ ਦੀ ਧਰਤੀ ਨੂੰ ਛੱਡ ਕੇ ਪੰਜਾਬ ਦੀ ਧਰਤੀ 'ਤੇ ਬਤੀਤ ਕੀਤੇ ਨੇ, ਗੁਰਦਾਸਪੁਰ ਦੇ ਇਲਾਕੇ 'ਤੇ। ਇਹ ਵੀ ਕਈ ਕਾਰਨ ਨੇ ਕਿ ਭਗਤ ਨਾਮਦੇਵ ਜੀ ਦਾ ਜਿਹੜਾ ਜੀਵਨ ਹੈ, ਜਿਹੜੀ ਉਹਨਾਂ ਦੀਆਂ ਰਚਨਾਵਾਂ ਨੇ, ਉਹ ਬਹੁਤ ਵਰਸੇਟਾਈਲ ਨੇ। ਉਹਦੇ ਵਿੱਚ ਕਿਸੇ ਇੱਕ ਧਰਤੀ ਦੀ ਖਾਸ ਖਿੱਤੇ ਦਾ ਜ਼ਿਕਰ ਨਹੀਂ, ਬਲਕਿ ਵੱਖ-ਵੱਖ ਥਾਵਾਂ 'ਤੇ ਫਿਰ ਕੇ ਜਿੱਥੇ ਜਿੱਥੇ ਉਹ ਗਏ ਨੇ, ਉਸ ਜੋਗ੍ਰਾਫੀਕਲ ਕੰਡੀਸ਼ਨ, ਉੱਥੇ ਦੀ ਸਾਰੀ ਕਲਚਰਲ ਜਿਹੜੀ ਕੰਡੀਸ਼ਨਸ ਨੇ, ਉਹਦਾ ਵੀ ਜ਼ਿਕਰ ਸਾਨੂੰ ਮਿਲਦਾ ਹੈ। ਜੇ ਅਸੀਂ ਕਹੀਏ ਕਿ ਸਾਡੇ ਬੱਚੇ ਪੰਜਾਬੀ ਬੋਲਦੇ ਨੇ ਅਤੇ ਉਹ ਅਨਪੜ੍ਹ ਗਵਾਰ ਨੇ, ਉਹਨਾਂ ਨੂੰ ਅੰਗਰੇਜ਼ੀ ਬੋਲਣੀ ਚਾਹੀਦੀ, ਉਹਨਾਂ ਨੂੰ ਹੋਰ ਭਾਸ਼ਾਵਾਂ ਜਾਂ ਹਿੰਦੀ ਬੋਲਣੀ ਚਾਹੀਦੀ, ਅਸੀਂ ਸ਼ਰਮ ਕਰਦੇ ਹਾਂ ਸਮਾਜ ਦੇ ਵਿੱਚ ਵਿਚਰਦੇ ਹਾਂ ਕਿ ਅਸੀਂ ਪੰਜਾਬੀ ਨਾ ਬੋਲੀਏ। ਜਾਣ ਬੂਝ ਕੇ ਜੀ ਅਗਲਾ ਬੰਦਾ ਵੀ ਪੰਜਾਬੀ ਬੋਲੇ ਅਤੇ ਤਾਂ ਵੀ ਅਸੀਂ ਹਿੰਦੀ ਬੋਲੀਏ, ਉਹਨੂੰ ਇਹ ਨਾ ਲੱਗੇ ਕਿ ਅਸੀਂ ਅਨਪੜ੍ਹ ਗਵਾਰ ਹਾਂ, ਅਸੀਂ ਜ਼ਿਆਦਾ ਸਿਵਿਲਾਈਜ਼ਡ ਜਾਂ ਪੜ੍ਹੇ ਲਿਖੇ ਹਾਂ। ਪਰ ਸੱਚ ਤਾਂ ਇਹ ਹੈ, ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਤੁਸੀਂ ਪਾਠ ਕਰੋ ਅਤੇ ਤੁਹਾਨੂੰ ਇੱਕ ਜਾਂ ਦੋ ਨਹੀਂ, ਤਕਰੀਬਨ 14-15 ਤੋਂ ਵੱਧ, ਕਈ ਵਿਦਵਾਨ ਤੇ 27 ਭਾਸ਼ਾਵਾਂ ਕਹਿੰਦੇ ਹੈ, ਤੁਹਾਨੂੰ 27 ਭਾਸ਼ਾਵਾਂ ਦਾ ਗਿਆਨ ਹੋਏਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 27 ਦੇ ਲਗਭਗ ਭਾਖਾਵਾਂ ਨੇ, ਔਰ 120 ਡਾਇਲੈਕਟਸ ਨੇ, ਜਿਹਨੂੰ ਉਪ ਭਾਸ਼ਾਵਾਂ, ਜਿਹਨੂੰ ਅਪਭ੍ਰੰਸ਼ ਕਹਿੰਦੇ ਨੇ, ਕਿ ਜਿਸ ਤਰ੍ਹਾਂ ਹਰ ਇੱਕ ਇਲਾਕੇ ਦੀ ਬੋਲੀ ਬਦਲਦੀ ਹੈ। ਪੰਜਾਬ ਦੇ ਵਿੱਚ ਵੀ ਕੁਝ ਕੁ ਕਿਲੋਮੀਟਰ ਤੁਸੀਂ ਜਾਓ ਅਤੇ ਬੋਲੀ ਬਦਲਦੀ ਹੈ। ਪੰਜਾਬ ਦੇ ਵਿੱਚ ਹੀ ਮਾਝੇ ਦੀ ਵੱਖਰੀ ਹੈ, ਮਾਲਵੇ ਦੀ ਵੱਖਰੀ ਹੈ, ਦੁਆਬੇ ਦੀ ਵੱਖਰੀ ਹੈ, ਅਤੇ ਪੁਆਧੀ ਬੋਲੀ ਵੀ ਉੱਥੇ ਬੋਲੀ ਜਾਂਦੀ ਹੈ। ਪੰਜਾਬੀ, ਪੁਆਧੀ, ਇਹ ਚਾਰ ਤੇ ਮੁੱਢਲੀਆਂ ਨੇ। ਜਿਹੜੀ ਸਾਡੀ ਚੜ੍ਹਦੇ ਪੰਜਾਬ ਦੀ ਹੈ, ਲਹਿੰਦੇ ਪੰਜਾਬ ਦੀ, ਲਹਿੰਦੀ ਪੰਜਾਬੀ 'ਚ ਮੁਲਤਾਨੀ ਵੀ ਆਉਂਦੀ ਹੈ, ਉਹਦੇ ਵਿੱਚ ਉਰਦੂ ਦੇ ਵੀ ਲਫ਼ਜ਼ ਬੋਲੇ ਜਾਂਦੇ ਨੇ। ਲਹਿੰਦੀ ਪੰਜਾਬੀ ਵੱਖਰੀ ਹੈ। 5 ਤੇ ਪੰਜਾਬੀ ਦੀਆਂ ਕਿਸਮਾਂ ਜਿਹੜੀਆਂ ਅਪਭ੍ਰੰਸ਼ ਨੇ, ਉਹ ਮੁੱਢਲੀਆਂ ਅਸੀਂ ਦੇਖ ਰਹੇ ਹਾਂ, ਪਰ ਇਸ ਤੋਂ ਅਲੱਗਾ ਵੀ ਬੜਾ ਪ੍ਰਭਾਵ ਹੈ ਪੰਜਾਬੀ ਦੇ ਉੱਤੇ। ਉਹ ਪੰਜਾਬੀ ਇੱਕ ਜਿਹੜੀ ਪਾਕਪਟਨ ਦੀ ਧਰਤੀ ਤੋਂ ਬਾਬਾ ਸ਼ੇਖ ਫਰੀਦ 1170 ਈਸਵੀ ਤੋਂ, ਜਿਨ੍ਹਾਂ ਨੇ ਸਭ ਤੋਂ ਪੁਰਾਤਨ ਭਗਤਾਂ ਵਿੱਚੋਂ ਬਾਬਾ ਸ਼ੇਖ ਫਰੀਦ ਨੇ, ਅਤੇ ਬਾਬਾ ਸ਼ੇਖ ਫਰੀਦ ਜੀ ਤੋਂ ਵੀ ਪੁਰਾਣੇ ਜਿਹੜੇ ਭਗਤ ਨੇ ਉਹ ਭਗਤ ਜੈਦੇਵ ਜੀ ਨੇ। ਅਤੇ ਜੈਦੇਵ ਜੀ ਬੰਗਾਲੀ ਬੋਲਦੇ ਨੇ, ਭਗਤ ਬਾਬਾ ਸ਼ੇਖ ਫਰੀਦ ਜੀ ਬੋਲਦੇ ਨੇ ਪੰਜਾਬੀ। ਭਗਤ ਕਬੀਰ ਜੀ ਦੀ ਜਿਹੜੀ ਬੋਲੀ ਹੈ ਉਹ ਮਿਲਵੀ ਹੈ, ਮਿਲਗੋਬੀ ਹੈ, ਹਿੰਦੀ ਵੀ ਹੈ, ਸੰਸਕ੍ਰਿਤ ਵੀ ਹੈ। ਭਗਤ ਨਾਮਦੇਵ ਜੀ ਦੀ ਸਾਰੀ ਭਾਸ਼ਾ ਦੇ ਵਿੱਚ ਉਚਾਰਨ ਕੀਤੇ ਹੋਏ ਸ਼ਬਦ ਜ਼ਿਆਦਾਤਰ ਮਰਾਠੀ ਬੋਲੀ ਦੇ ਵਿੱਚ ਨੇ, ਜਿਹਨੂੰ ਅਸੀਂ ਪਹਿਲ ਪੁਰੀਏ ਪੁੰਡਰਕ ਬਨਾ ਤਾਚੇ ਹੰਸਾ ਸਗਲੇ ਜਨਾ
कृष्णा ते जानो हर हर नाचंती नाचना, ये मराठी है सारी। पहल पुरसा बिरा आथून पुरसा दमरा, असगा अस उसगा हर का बागरा नाचै पिंधी मैं सागरा। ये शब्द दास ने इसलिए लिया क्योंकि भगत नामदेव जी का ये शब्द गाहे बगाहे और बहुत ज़्यादा गुरुद्वारियां दे विच तुसी हुक्मनामा सरवण भी करते हो तो बार बोर्ड ते ये हुक्मनामा पढ़ते भी हो, क्योंकि ये हुक्मनामा भी गुरुद्वारियां दे विच अक्सर सुनिया जाता है। भगत नामदेव जी दे बेअंत शब्द आप संगतां नूं दसिया। बहुत रागां दे विच गौड़ी राग दे विच भगत नामदेव जी का शब्द शुरू होंदा है, तो गुरु ग्रंथ साहब जी दे विच भगत नामदेव जी का जिहड़ा पहला शब्द है वह है देवा पाहन तारी अले राम कहत जन कस ना तरे, जिहदे विच साडे धरती दे मितिहासक ते इतिहासक उदाहरण दोनों ले गए ने। हुण पहला एक गल समझिए कि असी इस गल का नबेड़ा कर सकीए कि असी गुरु साहिब वर्गा जीवन बतीत कर सकते हैं ਜਾਂ नहीं कर सकते, क्योंकि पिछले दिनों के विच आप सारिया संगतां ने गुरु नानक साहब जी का प्रकाश दिहाड़ा मनाया और हजे भी कई थावां ते गुरु नानक साहब जी के प्रकाश दिहाड़े के समागम चल रहे हैं। असी अक्सर ये कह दिंदे हां कि गुरु नानक साहब ते ढाडी ने, गुरु नानक साहब ते शायर ने, ਜਾਂ गुरु नानक साहब साढ़े वर्गे गृहस्थी ने, ਜਾਂ साढ़े वर्गे ही इंसान ने, ਜਾਂ साढ़े वर्गे ही कीर्तनीय गवैये ने, ਜਾਂ साढ़े वर्गे ही उन्होंने जीवन बतीत किया। पर ये भुलेखा ना खाओ, कभी ये ना कहो कि गुरु साहब साढ़े वर्गे गृहस्थी ने, ਜਾਂ साढ़े वर्गे शायर ने, ਜਾਂ साढ़े वर्गे गवैये ने। ये कहो कि असी गुरु नानक साहब वर्गे गृहस्थी बन सकी, बड़ा फर्क है। क्योंकि गुरु नानक साहब जी तो ही असी भगत बाणी शुरू कर सकते हैं। जे गुरु नानक साहब जी नहीं कर्म करते तो इस धरती के 15 भगतां का जिक्र किसनों चेते रहिंदा? किहड़ा जानदा सी कि किहड़ी धरती तो भगत नामदेव जी ने सीमित रहिंदे? किहड़ा भगत पीपा जी बाबत जानदा? किहड़ा भगत जयदेव जी बारे जानदा? किहड़ा भगत सदने बारे जानदा? किन्ने सारे भगत ऐसे ने जिन्हां दे जिक्र या जिन्हां दे नाम उन्हां दे लोकां उन्हां दे पिंडां तक भी सीमित नहीं है। पर गुरु नानक साहब ने किड्डा वड्डा कर्म किया इस धरती दे 15 भगतां नूं, जिन्हां दे अंदर निर्गुण भगती चलदी सी, एक पार ब्रह्म परमेश्वर की आराधना सी, कर्म कांडां दा सारा विरोध सी। उन्होंने जीवन नूं घाड़त घड़न वास्ते यतन किए, संसार दे लोकां दी उच्च जात ते नीवीं जात दा जिन्हां ने संसार दे विच आ कोड़ दी बीमारी दा रोग लग्या होया सी अपने पिंडे ते अपनी मानसिकता ते हंडाया। वड्डे वड्डे बादशाह राजियां वल्लों कीते गए धक्के नूं उन्होंने पिंडे ते जरिया। ते सतगुरु गुरु नानक साहब ने तरस करके क्यों ये बाणी दी? इहदा कारण यह है कि जिहड़ा गुरु का सफ़र हुंदा ना वो सफ़र इल्हामी है। पहला बाबे पाया बख्शदर, भाई गुरदास जी कहते हैं, पहला बंदगी नहीं की गुरु नानक साहब ने, पहला बख्शिश हासिल की। वो बख्शिश सी पार ब्रह्म परमेश्वर की। जब गुरु नानक साहब जी वेई नदी तो बाहर आए ने तो गुरु नानक साहब शमशान घाट के बाहर जाके बैठ गए ने और ये दसिया कि जो कुछ वरतारा वरत्या, जिहड़ी तैयारी की गुरु नानक साहब ने उदासियां ते जान लग्या, एक कारज वड्डा करन लग्या। ते आख्या कि जिहड़ी सच्ची दरगाह दे विच गुरु नानक साहब गए तो उत्थे सच्ची सिफत सलाह दा भोजन मिलिया ते कपड़ा मिलिया रब दे दर तों। हाँ ढाडी बेकार कार्य लाया, रात देह कै वार धुरों फरमाया। मैनू सच्चे प्रभु ने अपने महल विच सद के आख्या कि गुरु नानक जिस ऊपर मेरा कर्म उस ऊपर तेरा कर्म, जिस ऊपर मेरी नदर उस ऊपर तेरी नदर। गुरु नानक तुसां नूं हुक्म नदरी आया कि तुसी साडे हुक्म नूं समझ लिया। इत्थों तक क्या कि जाओ इस धरती दे लोकां नूं नाम दान इशनान दृढ़ कराओ ते पार ब्रह्म परमेश्वर दे नाम दा अमृत किवें पुंचना है वो दसो।
ਤੇ ਇਹ ਤਿੰਨ ਜਿਹੜੇ ਬਚਨ ਕੀਤੇ ਨਾ ਕਿ जिस ऊपर मेरी नज़र उस ऊपर तेरी नज़र, जिस ऊपर मेरा कर्म उस ऊपर तेरा कर्म, मेरा नाम पार ब्रह्म परमेश्वर, तेरा नाम नानक गुर परमेश्वर। आ जिहड़ी एक तुक है ना कि असी पार ब्रह्म परमेश्वर, प्रभु कहते मेरा नाम पार ब्रह्म परमेश्वर, नानक जी तुहाडा नाम गुर परमेश्वर। 123 सवैये भट्टां दे ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਨਾ, ਇੱਕ ਤੁਕ ਵਿਆਖਿਆ ਕਰਦੀ ਹੈ 123 ਸਵਈਆਂ ਦੀ। ਗੁਰ ਪਰਮੇਸ਼ਵਰ, ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮਿਟੈ ਦਾਤ, ਗੁਰ ਪਰਮੇਸ਼ਰ ਏਕੋ ਜਾਨ, ਜੋ ਤਿਸ ਭਾਵੈ ਸੋ ਪਰਵਾਨ। ਗੁਰੂ ਜੋਤ ਹੈ, ਗੁਰੂ ਪਾਰ ਬ੍ਰਹਮ ਪਰਮੇਸ਼ਵਰ ਦੀ ਅਗਮੀ ਜੋਤ ਹੈ। ਗੁਰੂ ਨਾਨਕ ਸਾਹਿਬ ਪ੍ਰਗਟੇ ਨੇ। ਗੁਰੂ ਨਾਨਕ ਸਾਹਿਬ ਲਈ ਲਫ਼ਜ਼ ਜਨਮ ਨਹੀਂ ਵਰਤਿਆ ਗਿਆ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ, ਜਗ ਚਾਨਣ ਹੋਇਆ। ਇਹ ਪ੍ਰਗਟਿਆ ਲਫ਼ਜ਼ ਵਰਤਿਆ, ਇਹ ਪ੍ਰਗਟਣਾ ਲਫ਼ਜ਼ ਹੈ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਪਠਾਇਆ ਲਫ਼ਜ਼ ਵੀ ਪ੍ਰਗਟਣਾ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੇ ਵਰਤਦੇ ਹੈ, ਇਨ ਬੇਦੀਆਂ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਏ, ਪ੍ਰਗਟੇ ਲਫ਼ਜ਼ ਵਰਤਿਆ ਕਿ ਗੁਰੂ ਦਾ ਸਫ਼ਰ ਜਿਹੜਾ ਉਹ ਪਹਿਲਾਂ ਬਾਬੇ ਪਾਇਆ ਬਖਸ਼ਦਰ, ਬਖਸ਼ਿਸ਼ ਵਾਲਾ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਪਰ ਜਿਹੜਾ ਭਗਤ ਦਾ ਸਫ਼ਰ ਹੈ ਨਾ, ਭਗਤ ਜੀ ਦਾ ਸਫ਼ਰ, ਭਗਤਾਂ ਦਾ ਸਫ਼ਰ, ਉਹ ਘਾਲਨਾ ਵਾਲਾ ਹੈ। ਹਾਂ ਬਖਸ਼ਿਸ਼ ਤੇ ਹੈ, ਪਰ ਉਸ ਘਾਲਨਾ ਦੇ ਵਿੱਚ ਸੰਸਾਰੀ ਪੱਧਰ ਤੇ, ਇਸ ਗ੍ਰਸਤੀ ਪੱਧਰ ਤੇ ਦੁੱਖ ਵੀ ਨੇ, ਗ੍ਰਸਤ ਦੀਆਂ ਜ਼ਿੰਮੇਵਾਰੀਆਂ ਦੇ, ਇੱਥੋਂ ਤੱਕ ਰੋਗ ਤੇ ਸੋਗਾਂ ਦਾ ਵੀ ਜ਼ਿਕਰ ਕੀਤਾ ਹੈ। ਦੁਨੀਆ ਦੇ ਵਿੱਚ ਵਰਤਦੀਆਂ ਊਚ ਨੀਚ ਜ਼ਾਤਾਂ ਦਾ, ਪਾਤਾਂ ਦਾ, ਇਹ ਪਿੰਡੇ ਤੇ ਹੰਡਾਉਣ ਵਾਲੀ ਬਿਰਤੀ ਭਾਵ ਇਹ ਬਿਮਾਰੀ, ਇਹ ਮਾਨਸਿਕ ਰੋਗ ਨੂੰ ਵੀ ਹੰਡਾਇਆ। ਤੇ ਇੱਥੋਂ ਤੱਕ ਕਿ ਸੰਸਾਰੀ ਪੈਸਿਆਂ ਦੀ ਗਰੀਬੀ ਨੂੰ ਵੀ ਹੰਡਾਇਆ। ਕਿ ਸਮਾਜ ਦੇ ਵਿੱਚ ਇਹਦਾ ਮਤਲਬ ਕਿ ਭਗਤਾਂ ਦੀ ਬਾਣੀ ਇਸ ਲਈ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ ਕਿ ਗੁਰੂ ਕੇ ਸਿੱਖੋ, ਕਿਸੇ ਬਾਹਰ ਭਗਤ ਨੂੰ ਲੱਭਣ ਜਾਣ ਤੋਂ ਪਹਿਲਾਂ, ਕਿਸੇ ਬਾਹਰ ਸੰਤ ਸਾਧ ਨੂੰ ਜਾਣ ਕੋਲ ਪੁੱਛਣ ਤੋਂ ਪਹਿਲਾਂ ਜਿਹੜੇ 15 ਭਗਤ ਗੁਰੂ ਗ੍ਰੰਥ ਸਾਹਿਬ ਵਿੱਚ ਸੰਤ ਭਗਤ ਬੈਠੇ ਨੇ, ਇਹਨਾਂ ਸੰਤਾਂ ਨੂੰ ਪੁੱਛੋ। ਪਹਿਲਾਂ ਅਸੀਂ ਪਹਿਲਾਂ ਇਹਨਾਂ ਭਗਤਾਂ ਨਾਲ ਗੱਲ ਕਰੀਏ ਕਿ ਇਹਨਾਂ ਨੇ ਜੀਵਨ ਦੀ ਘਾਲਨਾ ਕਿਵੇਂ ਕਮਾਈ। ਅਸੀਂ ਬਾਹਰ ਤੇ ਭੱਜੀ ਫਿਰਦੇ ਹਾਂ ਸੰਤਾਂ ਸਾਧਾਂ ਦੇ ਪਿੱਛੇ, ਬੜਾ ਪ੍ਰਭਾਵ ਕਬੂਲਦੇ ਹਾਂ ਅਸੀਂ ਦੇਹਧਾਰੀਆਂ ਦਾ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਤਰਸ ਕੀਤਾ 15 ਭਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੂਰਨ ਰੂਪ ਦੇ ਵਿੱਚ ਉਹੀ ਦਰਜਾ ਬਖਸ਼ਿਆ ਜਿਹੜਾ ਦਰਜਾ ਗੁਰੂਆਂ ਦਾ ਹੈ। ਤੇ ਕਿਉਂ ਨਹੀਂ ਅਸੀਂ ਇਹਨਾਂ 15 ਭਗਤਾਂ ਨੂੰ ਕਦੀ ਪੁੱਛਿਆ। ਇਹਨਾਂ ਨੇ ਜੀਵਨ ਦੀ ਇੱਕ ਇੱਕ ਘਾਲਨਾ ਨੂੰ ਦ੍ਰਿੜ ਕਰਕੇ ਦਿਖਾਇਆ। ਭਗਤ ਨਾਮਦੇਵ ਜੀ ਦੀ ਆਮਦ 1270 ਈਸਵੀ ਵਿੱਚ ਹੋਈ ਹੈ। ਪਿਤਾ ਦਾ ਨਾਮ ਦਾਮ ਸ਼ੇਟੂ ਲਿਖਿਆ ਹੈ, ਕਈਆਂ ਨੇ ਦਾਮ ਸ਼ੇਟ ਵੀ ਲਿਖਿਆ ਹੈ। ਬਹੁਤ ਸਤਿਕਾਰਯੋਗ ਪਿਤਾ ਨੇ, ਪਿਤਾ ਦਾਮ ਸ਼ੇਟ ਨੇ, ਤੇ ਮਾਤਾ ਜੀ ਦਾ ਨਾਮ ਗੋਨਾ ਬਾਈ ਹੈ। ਮਾਤਾ ਗੋਨਾ ਬਾਈ ਦੀ ਕੁੱਖੋਂ ਭਗਤ ਨਾਮਦੇਵ ਜੀ ਦਾ ਜਨਮ 1270 ਈਸਵੀ 'ਚ ਹੋਇਆ ਔਰ 1270 ਈਸਵੀ ਤੋਂ ਲੈ ਕੇ 1350 ਈਸਵੀ ਤੱਕ ਭਗਤ ਨਾਮਦੇਵ ਜੀ ਦਾ ਸਾਰਾ ਸੰਸਾਰਿਕ ਜੀਵਨ ਇਤਿਹਾਸਕਾਰਾਂ ਨੇ ਮੰਨਿਆ ਤੇ ਲਿਖਿਆ। 1270 ਤੋਂ ਲੈ ਕੇ 1350 ਤੱਕ ਜਨਮ ਮਹਾਰਾਸ਼ਟਰ ਦੀ ਧਰਤੀ 'ਤੇ ਹੈ ਤੇ ਅੰਤਮ ਸਮਾਂ ਪੰਜਾਬ ਦੀ ਧਰਤੀ 'ਤੇ ਹੈ। ਉਹ ਇਲਾਕਾ ਹੈ ਘੁੰਮਣ, ਪਿੰਡ ਦਾ ਨਾਮ, ਉਸ ਕਸਬੇ ਦਾ ਨਾਮ ਕਸਬਾ ਹੈ, ਉਹ ਟਾਊਨ ਹੈ ਘੁੰਮਣ। ਉੱਥੇ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਉੱਥੇ ਉਹ ਥਾਂ ਹੈ ਭਗਤ ਨਾਮਦੇਵ ਜੀ ਦਾ, ਜਿੱਥੇ ਨਾਮਦੇਵ ਜੀ ਨੇ ਆਪਣਾ ਸਰੀਰਿਕ ਚੋਲਾ ਤਿਆਗਿਆ। ਹੁਣ ਦਾਮ ਸ਼ੇਟੂ ਪਿਤਾ ਜੀ ਤੇ ਮਾਤਾ ਗੋਨਾ ਬਾਈ, ਇਹਨਾਂ ਦੇ ਘਰ ਦੇ ਵਿੱਚ ਕੁੜੀ ਦਾ ਜਨਮ ਹੋਇਆ ਸੀ। ਪਰ ਕੁੜੀ ਦੇ ਜਨਮ ਤੋਂ ਬਾਅਦ ਇਹਨਾਂ ਦੇ ਘਰ ਪੁੱਤਰ ਦੀ ਇੱਛਾ ਬਹੁਤ ਸੀ ਕਿ ਸਾਡੇ ਘਰ ਪੁੱਤਰ ਦਾ ਜਨਮ ਹੋਏ। ਹੁਣ ਉਸ ਇਲਾਕੇ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੂੰ ਵਿਠੁਲ ਆਖਿਆ ਜਾਂਦਾ ਹੈ। ਇਹਦਾ ਜ਼ਿਕਰ ਪਿਛਲੇ ਸਾਲ ਦੇ ਸਮਾਗਮਾਂ ਦੇ ਵਿੱਚ ਵੀ ਦਾਸ ਨੇ ਟਿਊਕ ਮਾਤਰ ਕੀਤਾ ਸੀ। ਮੈਂ ਫਿਰ ਕਰਦਾ ਕਿਉਂਕਿ ਇਲਾਕਾ ਵੀ ਵੱਖਰਾ ਹੈ ਤੇ ਆਪ ਸੰਗਤ ਵੀ ਨਵੀਂ ਹੋ।
ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਨਾਂ ਭਗਤਾਂ ਦੀ ਬਾਣੀ ਨੂੰ ਸਾਨੂੰ ਜੀਵਨ ਜਾਚ ਦੇਣ ਵਾਸਤੇ, ਜੀਵਨ ਦੀ ਸੱਚੀ ਘਾਲਣਾ ਵਾਸਤੇ ਕਿ ਜੀਵਨ ਦੇ ਦੁੱਖਾਂ ਸੁੱਖਾਂ 'ਚ ਕਿਵੇਂ ਜਿਉਣਾ ਹੈ, ਜਿਵੇਂ ਭਗਤਾਂ ਨੇ ਜੀਵਨ ਬਤੀਤ ਕੀਤਾ। ਅਸੀਂ ਅੱਜ ਲਾਲਚ ਵਿੱਚ ਫਸੇ ਹੋਏ ਹਾਂ ਤੇ ਭਗਤ ਨਾਮਦੇਵ ਜੀ ਇੰਨੇ ਸਬਰ ਸੰਤੋਖੀ ਸਨ। ਜੇ ਭਾਵੇਂ ਜੀਵਨ ਵਿੱਚ ਖਾਣ ਵਾਸਤੇ ਕੁਝ ਨਹੀਂ ਹੈ, ਪਰ ਰੱਬ ਨੇ ਐਸੀ ਕਿਰਪਾ ਕੀਤੀ ਕਿ ਗੁਆਂਢਣ ਆ ਕੇ ਪੁੱਛਦੀ ਹੈ, ਨਾਮਦੇਵ ਜਿਹੋ ਜਿਹਾ ਘਰ ਤੂੰ ਬਣਾਇਆ ਇਹੋ ਜਿਹਾ ਘਰ ਤੇ ਕਿਸੇ ਦਾ ਵੀ ਨਹੀਂ ਹੈ, ਮੈਨੂੰ ਵੀ ਦੱਸ ਕਿੱਥੋਂ ਬਣਾਇਆ, ਕਿਹੜਾ ਤਰਖਾਣ, ਕਿਹੜਾ ਮਿਸਤਰੀ, ਕਿਹੜਾ ਕਾਰੀਗਰ ਹੈ। ਰੱਬ ਦੀ ਕਿਰਪਾ ਕਿੱਡੀ ਵਰਤੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ, ਦੇਖੋ ਹੁਣ ਇੱਕ ਸ਼ਬਦ ਸਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਤਿਲੰਗ ਰਾਗ ਵਿੱਚ ਮਿਲਦਾ ਹੈ। ਦੁਨੀਆ ਦੇ ਲੋਕਾਂ ਨੇ ਬਹੁਤ ਵਿਰੋਧ ਕੀਤਾ ਕਿ ਤੁਸੀਂ ਕਿੱਥੇ ਤੁਰੇ ਹੋਏ ਹੋ, ਤੁਸੀਂ ਆਪਣੇ ਆਪ ਨੂੰ ਦੇਖੋ, ਤੁਸੀਂ ਖੱਤਰੀਆਂ ਦੇ ਪੁੱਤਰ ਹੋ, ਉੱਚੀ ਜ਼ਾਤ ਵਾਲੇ ਹੋ, ਪਰ ਜਿਨ੍ਹਾਂ ਦੀ ਤੁਸੀਂ ਕੱਖਾਂ ਦੀ ਕੁਲੀਆਂ ਵਿੱਚ ਜਾ ਰਹੇ ਹੋ ਤੇ ਕੋਈ ਸ਼ੂਦਰ ਹੈ, ਕੋਈ ਵੈਸ਼ ਹੈ, ਕੋਈ ਅਪਰਸ਼ ਹੈ, ਕੋਈ ਚੰਡਾਲ ਹੈ। ਤੁਸੀਂ ਜ਼ਾਤ ਪਾਤ ਦਾ ਤੇ ਥੋੜ੍ਹਾ ਜਿਹਾ ਧਿਆਨ ਰੱਖੋ। ਪਰ ਗੁਰੂ ਨਾਨਕ ਸਾਹਿਬ ਨੇ ਫਿਰ ਜ਼ਾਤ ਪਾਤ ਦਾ ਜਿਹੜਾ ਵਿਰੋਧ ਕੀਤਾ ਨਾ, ਉਹ ਦੱਸ ਦਿੱਤਾ ਕਿ ਭਗਤ ਬੰਦਗੀ ਕਰਨ ਵਾਲਿਆਂ ਦੇ ਲਈ ਜਾਤ ਪਾਤ ਨਹੀਂ ਹੈ। ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੀ ਇਹ ਹੈ ਕਿ ਜਨਮ ਕਰਕੇ ਕਿਸੇ ਦੀ ਜ਼ਾਤ ਪਾਤ ਉੱਚੀ ਜਾਂ ਨੀਵੀਂ ਨਹੀਂ ਹੋ ਸਕਦੀ। ਜੇ ਕੋਈ ਰੱਬ ਨੂੰ ਚੇਤੇ ਕਰਦਾ ਹੈ ਤੇ ਫਿਰ ਉਹੀ ਉੱਚੀ ਜ਼ਾਤ ਵਾਲਾ ਹੈ, ਉਹਦੀ ਜ਼ਾਤ ਸਭ ਤੋਂ ਪਵਿੱਤਰ ਹੈ। ਪਰ ਜਿਹੜਾ ਰੱਬ ਨੂੰ ਭੁੱਲ ਗਿਆ ਉਹਦੀ ਜ਼ਾਤ ਸਭ ਤੋਂ ਨੀਵੀਂ ਹੈ। ਰੋਜ਼ ਸੋਦਰ ਵਿੱਚ ਤੁਸੀਂ ਪੜ੍ਹਦੇ ਹੋ, ਖਸਮ ਵਿਸਾਰੈ ਤੇ ਕਮ ਜ਼ਾਤ। ਜੇ ਵਾਹਿਗੁਰੂ ਵਿਸਰ ਗਿਆ ਫਿਰ ਨੀਵੀਂ ਜਾਤ ਵਾਲੇ ਹੋ, ਜਨਮ ਕਰਕੇ ਜ਼ਾਤ ਨਹੀਂ। ਇੱਥੇ ਹੁਣ ਤਾਈਓਂ ਤੇ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਸੀ ਕਿ ਇਸ ਧਰਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਆਮਦ ਹੈ ਨਾ, ਕਿ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ ਚਰਣਾ ਅੰਮ੍ਰਿਤ ਸਿੱਖਾਂ ਪਿਲਾਇਆ। ਉੱਥੇ ਜਿਹੜੇ ਚਾਰ ਪੈਰ ਧਰਮ ਦੇ ਚਾਰ ਵਰਣ ਇੱਕ ਵਰਣ ਕਰਾਇਆ। ਭਾਈ ਗੁਰਦਾਸ ਜੀ ਕਹਿੰਦੇ ਇਹਦੇ ਅਰਥ ਪੜ੍ਹਿਓ। ਚਾਰ ਵਰਣ ਇੱਕ ਵਰਣ ਕਰਾਏ ਦਾ ਮਤਲਬ ਹੈ, ਪਹਿਲਾਂ ਬ੍ਰਾਹਮਣਾਂ ਨੂੰ ਮਾਣ ਸੀ, ਅਸੀਂ ਬ੍ਰਾਹਮਣ ਹੁੰਦੇ ਹਾਂ ਉੱਚੀ ਜਾਤੀ ਦੇ, ਸਾਡਾ ਕਰਮ ਹੈ ਵੇਦ ਪੜ੍ਹਨੇ ਪੜ੍ਹਾਉਣੇ, ਦਾਨ ਲੈਣਾ ਤੇ ਦੇਣਾ, ਵਿਦਿਆ ਪੜ੍ਹਾਉਣੀ ਤੇ ਪੜ੍ਹਨੀ, ਜਾਂ ਅਸੀਂ ਯੱਗ ਕਰਨੇ ਤੇ ਕਰਾਉਣੇ। ਆਹ 6 ਕਰਮ ਸਨ ਤੇ ਉਹਨਾਂ ਨੇ ਕਹਿ ਦਿੱਤਾ ਅਸੀਂ ਸਭ ਤੋਂ ਉੱਚੇ ਹਾਂ। ਉਸ ਤੋਂ ਬਾਅਦ ਜਿਹੜੇ ਖੱਤਰੀ ਸਨ ਉਹ ਕਹਿੰਦੇ ਜੀ ਅਸੀਂ ਉੱਚੀ ਜ਼ਾਤ ਦੇ ਆ, ਸਾਡਾ ਕਰਮ ਹੈ ਯੁੱਧ ਦੀ, ਭਾਵ ਕਿ ਯੁੱਧ ਜੰਗਾਂ ਕਰਨੀਆਂ। ਤੇ ਤੀਸਰੇ ਫਿਰ ਵੈਸ਼ ਤੇ ਸ਼ੂਦਰ, ਇਹਨਾਂ ਨੂੰ ਤੀਜੇ ਤੇ ਚੌਥੇ ਵਿੱਚ ਰੱਖ ਦਿੱਤਾ ਗਿਆ ਕਿ ਇਹ ਨੀਵੀਂ ਜ਼ਾਤ ਦੇ ਨੇ। ਤੇ ਜਦ ਸਨਾਤਨ ਧਰਮ ਦੇ ਵਿੱਚ ਧਰਮ ਦੀ ਮਰਿਆਦਾ ਵੀ ਵੰਡੀ ਗਈ ਤੇ ਉਹ ਵੀ ਬ੍ਰਾਹਮਣਾਂ ਦਾ ਜਨੇਊ ਹੈ, ਖੱਤਰੀਆਂ ਦਾ ਜਨੇਊ ਹੈ ਤੇ ਵੈਸ਼ ਦਾ, ਸ਼ੂਦਰ ਵਾਸਤੇ ਕੋਈ ਜਨੇਊ ਹੀ ਨਹੀਂ ਹੈ। ਇੱਥੋਂ ਤੱਕ ਮਨੂ ਸਮ੍ਰਿਤੀ ਵਿੱਚ ਜ਼ਿਕਰ ਹੈ ਕਿ ਜ਼ਾਤਾਂ ਪਾਤਾਂ ਦਾ ਇੰਨਾ ਬੋਲਬਾਲਾ ਸੀ ਕਿ ਨੀਵੀਂ ਜਾਤ ਵਾਲੇ ਜਿਹੜੇ ਸ਼ੂਦਰ ਸਨ ਉਹ ਨਾ ਵੇਦਾਂ ਨੂੰ ਸੁਣ ਸਕਦੇ ਸਨ, ਨਾ ਪੜ੍ਹ ਸਕਦੇ ਸਨ, ਉਹਨਾਂ ਦਾ ਪਰਛਾਵਾਂ ਵੀ ਮਾੜਾ ਸੀ। ਇੱਥੋਂ ਤੱਕ ਅਪਰਸ ਵੀ ਸਨ ਕਈ ਨੀਵੀਂ ਜਾਤ ਵਾਲੇ, ਉਹਨਾਂ ਨੂੰ ਅੱਧੀ ਰਾਤ ਜੇ ਤੁਰਨਾ ਵੀ ਪੈਂਦਾ ਸੀ ਜਾਂ ਦੀਵਾ ਹੱਥ 'ਤੇ ਰੱਖ ਕੇ ਤੁਰਨਾ ਪੈਂਦਾ ਸੀ ਤਾਂ ਕਿ ਪਤਾ ਲੱਗ ਜੇ ਕੋਈ ਆ ਰਿਹਾ। ਜੇ ਦੀਵਾ ਨਹੀਂ ਤੇ ਗਲ ਦੇ ਵਿੱਚ ਟੱਲੀ ਪਾ ਕੇ ਤੁਰਨਾ ਪੈਂਦਾ ਸੀ ਕਿ ਕਿੱਥੇ ਹਨੇਰੇ ਦੇ ਵਿੱਚ ਉਹਦਾ ਪਰਛਾਵਾਂ ਵੀ ਕਿਸੇ 'ਤੇ ਨਾ ਪੈ ਜਾਏ, ਕਿ ਉਹਦਾ ਪਰਛਾਵਾਂ ਵੀ ਅਪਰਸ ਹੈ। ਇਹ ਹਾਲ ਸੀ ਗੁਰੂ ਨਾਨਕ ਸਾਹਿਬ ਨੂੰ ਇਹ ਆਖਿਆ। ਮਹਾਰਾਜ ਕਹਿੰਦੇ ਅਸਲ ਦੇ ਵਿੱਚ ਇਹ ਹੁਣ ਚਾਰ ਵਰਣ ਇੱਕ ਵਰਣ ਕਰਾਇਆ, ਇਹੀ ਤੇ ਉਪਦੇਸ਼ ਦਿੱਤਾ ਬਾਣੀ ਦੇ ਵਿੱਚ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਸੱਚੀ ਗੱਲ ਇਹ ਹੈ ਗੁਰੂ ਕੇ ਸਿੱਖੋ, ਜਿੰਨਾ ਚਿਰ ਤੱਕ ਸਾਡੇ ਅੰਦਰ ਇਹ ਜ਼ਾਤ ਪਾਤ ਇਹਦਾ ਕੋੜ ਨਹੀਂ ਖਤਮ ਹੁੰਦਾ ਨਾ, ਉਹਨਾਂ ਚਿਰ ਤੱਕ ਅਸੀਂ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਲੈ ਹੀ ਨਹੀਂ ਸਕਦੇ। ਪਹਿਲੀ ਸ਼ਰਤ ਇਹ ਹੈ ਕਿ ਚਾਰੇ ਪੈਰ ਧਰਮ ਦੇ ਚਾਰ ਵਰਣ ਇੱਕ ਵਰਣ ਕਰਾਇਆ ਦਾ ਮਤਲਬ ਬਰਾਬਰ ਕਰ ਦਿੱਤਾ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਣਾ ਕੋ ਸਾਂਝਾ। ਭਗਤਾਂ ਦੀ ਬਾਣੀ ਦੇ ਵਿੱਚ ਭਗਤ ਕਬੀਰ ਨੇ ਸਿੱਧੀ ਗੱਲ ਕੀਤੀ, ਕਟਾਕਸ਼ ਵਾਲੀ। ਭਗਤ ਕਬੀਰ ਜੀ ਕਹਿੰਦੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ, ਕਿ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਕਿ ਹਮ ਕਤ ਲੋਹੂ ਤੁਮ ਕਤ ਦੂਧ। ਤੂੰ ਦੱਸ, ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿੰਦਾ, ਮੈਨੂੰ ਸ਼ੂਦਰ ਕਹਿੰਦਾ, ਤੂੰ ਤੇ ਸਾਡੇ ਅਸੀਂ ਇੱਕੋ ਹੀ, ਭਾਵ ਕਿ ਜੰਮੇ ਤੇ ਉਸੀ ਪ੍ਰੋਸੈਸ ਮਾਂ ਦੀ ਕੁੱਖੋਂ ਹੀ ਜੰਮਿਆ, ਤੂੰ ਵੀ ਮਾਂ ਦੀ ਕੁੱਖੋਂ ਜੰਮਿਆ, ਮੈਂ ਵੀ ਮਾਂ ਦੀ। ਤੂੰ ਕਿਹੜਾ ਅਸਮਾਨ ਤੋਂ ਟਪਕਿਆ? ਤੂੰ ਕਹਿੰਦਾ ਮੈਂ ਬ੍ਰਾਹਮਣ ਹਾਂ, ਮੈਂ ਉੱਚੀ ਜ਼ਾਤ, ਤੂੰ ਕਿਹੜਾ ਅਸਮਾਨ ਤੋਂ ਡਿੱਗਿਆ? ਭਾਈ ਜੰਮਿਆ ਤੇ ਤੂੰ ਵੀ ਮਾਂ ਦੀ ਕੁੱਖੋਂ ਹੈ। ਜੇ ਤੂੰ ਕਹਿੰਦਾ ਮੈਂ ਉੱਚੀ ਜ਼ਾਤ ਵਾਲਾ, ਤੇਰੀ ਰਗਾਂ 'ਚ ਕਿਹੜਾ
ਦੁੱਧ ਦੁੱਧ ਵਹਿੰਦਾ, ਜਾਂ ਮੇਰੀ ਰਗਾਂ 'ਚ ਲਹੂ ਹੈ, ਤੇਰੀ ਵੀ ਰਗਾਂ 'ਚ ਲਹੂ, ਮੇਰੀ ਵੀ ਰਗਾਂ 'ਚ ਲਹੂ, ਤੇਰੇ ਵੀ ਅੰਦਰ ਪ੍ਰਭੂ ਦੀ ਜੋਤ, ਮੇਰੇ ਵੀ ਅੰਦਰ ਪ੍ਰਭੂ ਦੀ ਜੋਤ। ਤਾਈਓਂ ਭਗਤ ਨਾਮਦੇਵ ਜੀ ਨੂੰ ਕਹਿਣਾ ਪੈ ਗਿਆ ਸੀ, ਸਬੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੁਲੇ ਰੇ। ਕੌਣ ਬੋਲਦਾ? ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਸਭ ਦੇ ਅੰਦਰ ਰਾਮ ਰਮਿਆ ਹੋਇਆ ਵਾਹਿਗੁਰੂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਸੁਣੋ ਫਿਰ, ਲੋਕੀ ਭੰਗ ਰੱਖਦੇ ਨੇ ਆਪਣੇ ਕੋਲ ਚਾਂਦੀ ਦੀ ਡੱਬੀ ਵਿੱਚ ਪਾ ਕੇ, ਤੇ ਮੇਰੀ ਭੰਗ ਕਿਹੜੀ ਹੈ? ਰੱਬ ਦਾ ਭਾਉ ਮੇਰੇ ਲਈ ਉਹਦੀ ਯਾਦ ਹੈ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ। ਤੇ ਜਿਸ ਖਲੜੀ ਦੇ ਵਿੱਚ ਉਹ ਰੱਖੀ ਜਾਂਦੀ ਹੈ, ਗੁਰੂ ਨਾਨਕ ਸਾਹਿਬ ਨੂੰ ਭੰਗ ਪੇਸ਼ ਕੀਤੀ, ਜੀ ਭੰਗ ਛਕੋ, ਆ ਨਸ਼ਾ ਕਰੋ ਤੇ ਸੁਰਤ ਜੁੜੇਗੀ। ਮਹਾਰਾਜ ਜੀ ਨੇ ਕਿਹਾ, ਮੈਂ ਛਕ ਚੁੱਕਾ। ਕਹਿੰਦੇ ਕਿਹੜੀ? ਰੱਬ ਦੇ ਭਾਉ ਦੀ ਭੰਗ ਹੈ ਮੇਰੇ ਕੋਲ। ਜਿਹੜਾ ਰੱਬ ਦਾ ਭਾਉ ਮੇਰੇ ਅੰਦਰ ਹੈ, ਇਹ ਨਸ਼ਾ, ਇਹ ਪ੍ਰਭਾਵ ਕਦੀ ਦੂਰ ਨਹੀਂ ਆਉਂਦਾ। ਇਸ ਪ੍ਰਭਾਵ ਦੇ ਵਿੱਚ ਮੈਂ ਕਦੀ ਮਾੜਾ ਨਹੀਂ ਕਰ ਸਕਦਾ। ਇਹ ਕੀਤਾ ਹੋਇਆ ਨਸ਼ਾ ਤੁਹਾਡਾ ਘੰਟਿਆਂ ਬੱਧੀ ਰਹੇਗਾ, ਘੰਟਿਆਂ ਬੱਧੀ ਤੁਹਾਡੀ ਸੁਰਤ ਗਵਾ ਜਾਏਗੀ, ਫਿਰ ਇਹ ਉਤਰ ਜਾਏਗਾ। ਪਰ ਮੈਂ ਉਹ ਰੱਬ ਦੇ ਭਾਉ ਨੂੰ ਕਬੂਲ ਕੀਤਾ ਹੈ, ਜਿਹਦਾ ਸਦਾ ਹੀ ਰਹਿਣ ਵਾਲਾ ਪ੍ਰਭਾਵ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ। ਕਹਿੰਦੇ ਕਿਹੜੀ ਡੱਬੀ ਵਿੱਚ ਰੱਖੀ ਹੈ ਇਹ ਭੰਗ? ਕਹਿੰਦੇ ਆਪਣੇ ਹਿਰਦੇ ਰੂਪੀ ਡੱਬੀ ਵਿੱਚ। ਕਿੱਡੀ ਕਮਾਲ ਦੀ ਗੱਲ ਕੀਤੀ। ਕਹਿੰਦੇ ਇਹ ਖਲੜੀ, ਇਹ ਉਹ ਥਾਂ, ਉਹ ਚਮੜੇ ਦੀ, ਪਹਿਲਾਂ ਅੱਜ ਕੱਲ੍ਹ ਡੱਬੀਆਂ, ਪੁਰਾਣੇ ਸਮੇਂ 'ਚ ਚਮੜੇ ਦੀਆਂ ਖਲੜੀਆਂ ਬਣਦੀਆਂ ਸਨ, ਨਿੱਕੀਆਂ ਨਿੱਕੀਆਂ। ਕਹਿੰਦੇ ਰੱਬ ਦਾ ਭਾਉ ਮੇਰੇ ਲਈ ਭਾਂਗ ਹੈ, ਮੇਰਾ ਹਿਰਦਾ ਖਲੜੀ ਹੈ ਜਿਹਦੇ ਵਿੱਚ ਮੈਂ ਰੱਖਿਆ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ। ਤੇ ਕਹਿੰਦੇ ਕਿਹੜਾ ਨਸ਼ਾ? ਕਹਿੰਦੇ ਮੈਂ ਦੀਵਾਨਾ ਭਇਆ ਅਤੀਤ। ਕਹਿੰਦੇ ਤੁਸੀਂ ਨਸ਼ਾ ਕਰਕੇ ਗਲਤਾਨ ਹੁੰਦੇ ਹੋ, ਵਿਕਾਰੀ ਬਣਦੇ ਹੋ। ਮੈਂ ਰੱਬ ਦਾ ਇਹ ਨਾਮ ਦਾ ਨਸ਼ਾ ਲਿਆ, ਮੈਂ ਇਹ ਰੱਬ ਦੇ ਨਸ਼ੇ ਤੋਂ ਅਤੀਤ ਹੋ ਗਿਆ, ਪਾਪਾਂ ਤੋਂ ਨਿਰਲੇਪ ਹੋ ਗਿਆ। ਤੁਹਾਨੂੰ ਦੁਨੀਆ ਦਾ ਕੀਤਾ ਹੋਇਆ ਨਸ਼ਾ ਵਿਕਾਰ ਤੇ ਪਾਪਾਂ ਵੱਲ ਧੱਕ ਦਿੰਦਾ। ਤੁਹਾਨੂੰ ਪਛਾਣ ਨਹੀਂ ਹੁੰਦੀ ਚੰਗੇ ਤੇ ਮੰਦੇ ਦੀ, ਆਪਣੇ ਤੇ ਪਰਾਏ ਦੀ। ਇੰਨਾ ਪਾਪੀ ਤੇ ਗਲਤਾਨ ਮਨ ਸੋਚਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਹ ਕੀਤਾ ਹੈ ਜਿਹੜਾ ਨਸ਼ਾ ਮੈਨੂੰ ਨਾਮ ਦਾ ਅਤੀਤ ਕਰ ਦਿੰਦਾ। ਮੈਂ ਦੀਵਾਨਾ ਇੱਕ ਵਾਰੀ ਥੋੜ੍ਹੀ ਕਿਹਾ ਗੁਰੂ ਨਾਨਕ ਸਾਹਿਬ ਨੇ। ਦੁਨੀਆ ਦੇ ਲੋਕ ਗੁਰੂ ਨਾਨਕ ਸਾਹਿਬ ਨੂੰ ਭੂਤਨਾ ਆਖਦੇ ਨੇ, ਬੇਤਾਲਾ ਆਖਦੇ ਨੇ। ਕੋਈ ਆਦਮੀ, ਕੋਈ ਵਿਚਾਰਾ, ਕੋਈ ਕੁਝ ਆਖਦਾ। ਸੱਚ ਤੇ ਇਹ ਹੈ, ਜਿਹੜਾ ਆਪ ਭੂਤਨਾ ਹੈ ਨਾ, ਉਹਨੇ ਗੁਰੂ ਨਾਨਕ ਸਾਹਿਬ ਨੂੰ ਭੂਤਨਾ ਆਖਿਆ ਹੋਣਾ। ਜਿਹਦੇ ਅੰਦਰ ਰੱਬ ਦਾ ਨਾਮ ਨਹੀਂ ਵਸਿਆ। ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ। ਕੋਈ ਆਖੈ ਭੂਤਨਾ, ਕੋ ਕਹੈ ਬੇਚਾਰਾ, ਕੋਈ ਆਖੈ ਆਦਮੀ। ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ। ਨਾਨਕ ਬੇਚਾਰਾ, ਕੋਈ ਬੇਤਾਲਾ ਆਖਦਾ, ਕੋਈ ਭੂਤਨਾ ਆਖਦਾ। ਪਰ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ ਆਪਣੇ ਆਪ ਨੂੰ? ਭਇਆ ਦੀਵਾਨਾ ਸ਼ਾਹ ਕਾ, ਨਾਨਕ ਬਉਰਾਨਾ, ਹਉ ਹਰ ਬਿਨ ਅਵਰ ਨਾ ਜਾਣਾ। ਰੋਕਿਆ ਗੁਰੂ ਨਾਨਕ ਸਾਹਿਬ ਨੂੰ, ਤੁਸੀਂ ਕਿਵੇਂ ਨੀਵੀਂ ਜਾਤ ਦੇ ਲੋਕਾਂ ਦੇ ਘਰਾਂ ਵਿੱਚ ਜਾ ਰਹੇ ਹੋ, ਉਹਨਾਂ ਦੀ ਕੱਖਾਂ ਦੀ ਕੁਲੀ ਵਿੱਚ। ਕਿਸੇ ਦੇ ਘਰ ਤੁਸੀਂ ਕੋਦਰੇ ਦੀ ਰੋਟੀ ਖਾ ਰਹੇ ਹੋ, ਕਿਸੇ ਦੇ ਘਰ ਵਿੱਚ ਬੈਠ ਕੇ ਤੁਸੀਂ ਰੱਬ ਦੇ ਗੀਤ ਗਾ ਰਹੇ ਹੋ। ਉਹ ਅਛੂਤ ਨੇ, ਉਹ ਅਪਰਸ ਨੇ, ਉਹ ਨੀਵੀਂ ਜਾਤ ਵਾਲੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਨੀਵੀਂ ਜਾਤ ਵਾਲਾ ਨਹੀਂ ਹੈ। ਨੀਵੀਂ ਜਾਤ ਵਾਲਾ ਉਹ ਹੈ ਜਿਹਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਨਹੀਂ ਵਸਿਆ। ਉਹੀ ਅਸਲ ਦੇ ਵਿੱਚ ਸਭ ਤੋਂ ਵੱਡਾ ਕੰਮ ਜ਼ਾਤੀ ਹੈ। ਕੰਮ ਘੱਟ, ਜਾਤੀ ਜਾਤ ਨੀਵਾਂ, ਜਿਹਨੂੰ ਲੋਕਾਂ ਦੇ ਵਿੱਚ ਵਿਤਕਰਾ ਕਰਨਾ ਆ ਗਿਆ। ਉਹ ਅਸਲ ਦੇ ਵਿੱਚ ਸਭ ਤੋਂ ਨੀਵਾਂ, ਜਿਹਨੂੰ ਆਪਣੇ ਆਪ ਤੇ ਅਹੰਕਾਰ ਹੋ ਗਿਆ। ਮੈਂ ਫਲਾਣੇ 'ਚ ਜੰਮਿਆ, ਮੈਂ ਜੱਟ ਕਹਾਉਣਾ, ਮੈਂ ਖੱਤਰੀ ਕਹਾਉਣਾ, ਮੈਂ ਬ੍ਰਾਹਮਣ ਕਹਾਉਣਾ, ਮੇਰੀ ਗੋਤ ਇਹ ਹੈ, ਫਲਾਣੀ ਉਹ ਹੈ। ਸਾਨੂੰ ਮਾਣ ਇਹ ਹੋ ਗਿਆ ਆਪਣੀ ਗੋਤਾਂ ਤੇ ਸਿੰਘ ਹਟਾ ਦਿੱਤਾ ਸੀ, ਕੌਰ ਹਟਾ ਦਿੱਤਾ। ਉਹੀ ਪੁੱਠਾ ਗੇੜ ਸਾਡੀ ਮੱਤ ਦਾ ਸ਼ੁਰੂ ਹੋ ਗਿਆ, ਜਿੱਥੋਂ ਗੁਰੂ ਸਾਹਿਬ ਨੇ ਸਾਨੂੰ ਸ਼ੁਰੂ ਕੀਤਾ ਸੀ, ਜਿੱਥੋਂ ਲੈ ਕੇ ਆਏ ਸੀ ਵਾਪਸ ਅਸੀਂ ਉਸ ਪਾਸੇ ਤੁਰ ਪਏ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਕੋਈ ਨੀਵੀਂ ਜਾਤ ਵਾਲੇ ਨਹੀਂ। ਕਹਿੰਦੇ ਕਿਉਂ ਨਹੀਂ? ਮਹਾਰਾਜ ਜੀ ਨੇ ਫਿਰ ਦਲੀਲਾਂ ਰੱਖੀਆਂ ਉਹਨਾਂ ਵਿਪਰਾਂ, ਪੰਡਤਾਂ, ਉਹਨਾਂ ਬ੍ਰਾਹਮਣਾਂ ਦੇ, ਉੱਚੀਆਂ ਜ਼ਾਤਾਂ ਵਾਲੇ ਕਾਜ਼ੀ ਮੁਲਿਆਂ ਦੇ ਅੱਗੇ ਕਿ ਦੱਸੋ ਇਹ ਕਿਵੇਂ ਨੀਵੇਂ ਹੋਏ? ਤੇ ਜੇ ਇਹ ਮੈਲੇ, ਤੁਸੀਂ ਕਹਿੰਦੇ ਹੋ ਇਹ ਮੈਲੇ ਨੇ, ਇਹ ਨੀਚ ਨੇ, ਮੈਨੂੰ ਦਲੀਲ ਦਿਓ। ਉਹ ਕਹਿੰਦੇ ਜੀ ਪੁੱਛੋ। ਮਹਾਰਾਜ ਕਹਿੰਦੇ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਮੈਂ ਐਸਾ ਨਾਮ ਦਾ ਰੰਗ ਚੜਾਇਆ ਕਿ ਮੈਂ ਪਾਪਾਂ ਤੋਂ, ਵਿਕਾਰਾਂ ਤੋਂ ਨਿਰਲੇਪ ਹੋ ਗਿਆ। ਮੈਂ ਦੀਵਾਨਾ ਭਇਆ ਅਤੀਤ ਕਰ ਕਾਸਾ, ਦਰਸ਼ਨ ਕੀ ਭੂਖ। ਜੋਗੀ ਆਪਣੇ ਕੋਲ ਭਾਂਡਾ ਰੱਖਦੇ ਨੇ, ਮੰਗਣ ਜਾਂਦੇ ਲੋਕਾਂ ਦੇ ਘਰ,
ਕਹਿੰਦੇ ਕਰ ਮੇਰੇ ਹੱਥ ਇਹੀ ਮੇਰਾ ਕਸ ਹੈ। ਤੇ ਕਹਿੰਦੇ ਮੈਂ ਕੀ ਲੈਣ ਜਾ ਰਿਹਾ? ਮੈਂ ਕੋਈ ਭਿੱਖਿਆ ਲੈਣ ਨਹੀਂ ਜਾ ਰਿਹਾ, ਮੈਂ ਕੋਈ ਰੋਟੀ ਟੁੱਕ ਤੇ ਪੈਸਾ ਮੰਗਣ ਨਹੀਂ ਜਾ ਰਿਹਾ। ਕਰ ਕਾਸਾ ਦਰਸ਼ਨ ਕੀ ਭੂਖ, ਮੇਰੇ ਅੰਦਰ ਉਹ ਭੁੱਖ ਹੈ ਕਿ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਮਿਲ ਜਾਏ, ਮੈਂ ਉਹਦੇ ਕੋਲ ਬੈਠ ਕੇ ਰੱਬ ਦੀਆਂ ਬਾਤਾਂ ਪਾ ਲਾਂ, ਕੋਈ ਰੱਬ ਦੇ ਨਾਮ ਵਿੱਚ ਜੁੜਿਆ ਮਿਲ ਜਾਏ। ਮੇਰੇ ਅੰਦਰ ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ, ਮੈਂ ਤੁਰਿਆ ਕੋਈ ਰੱਬ ਦੀ ਬੰਦਗੀ ਵਾਲਾ ਮਿਲੇ। ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਸੰਸਾਰ ਦੀਆਂ ਜ਼ਾਤਾਂ ਪਾਤਾਂ 'ਚ ਵੜ ਦਿੱਤਾ, ਕੋਈ ਕਿਸੇ ਨੂੰ ਛੀਂਬਾ, ਕੋਈ ਕਿਸੇ ਨੂੰ ਜੁਲਾਹਾ, ਕਿਉਂਕਿ ਇਹ ਜ਼ਿਕਰ ਗੁਰੂ ਅਰਜੁਨ ਸਾਹਿਬ ਨੇ ਕੀਤਾ ਮਹੱਲਾ ਪੰਜਵਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਸਭ ਤੋਂ ਪਹਿਲਾ ਜ਼ਿਕਰ ਨਾਮਦੇਵ ਜੀ ਦਾ ਕੀਤਾ। ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਹਾ ਜੋਲਾਹਰਾ, ਕੁਲ ਨੀਚ ਜਾਤ ਦਾ ਜੋਲਾਹਰਾ ਆਖਿਆ, ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ ਦਾ ਜ਼ਿਕਰ ਕੀਤਾ। ਇੱਥੋਂ ਤੱਕ ਸੈਣ ਨਾਈ ਬੁੱਤਕਾਰੀਆਂ ਬੁੱਤੀਆਂ ਕਰਨ ਵਾਲਾ ਸੈਣ, ਉਹਨੂੰ ਨਾਈ ਕਹਿ ਕੇ ਤੁਸੀਂ ਕਿਹਾ। ਫਿਰ ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ। ਤੇ ਫਿਰ ਇਹ ਜ਼ਾਤਾਂ ਪਾਤਾਂ ਨੂੰ, ਪਰ ਸੱਚ ਤੇ ਇਹ ਹੈ ਕਿ ਇਹ ਜ਼ਾਤ ਪਾਤ ਦੁਨੀਆ ਵਾਲੀ ਨਹੀਂ। ਜਿਹਦੇ ਅੰਦਰ ਪ੍ਰਭੂ ਦਾ ਨਾਮ ਨਹੀਂ ਵਸਿਆ, ਭਾਵੇਂ ਉੱਚੀ ਕੁਲ ਜਿੰਨਾ ਮਰਜੀ ਪੈਦਾ ਹੋਇਆ ਹੋਏ, ਉਹ ਸਭ ਤੋਂ ਨੀਚਾ ਹੈ। ਤੇ ਤੁਸੀਂ ਕਹਿੰਦੇ ਹੋ ਇਹ ਨੀਵੀਂ ਕੁਲ 'ਚ ਪੈਦਾ ਹੋ ਗਿਆ, ਜਿਹਦੇ ਅੰਦਰ ਪ੍ਰਭੂ ਦਾ ਨਾਮ ਵਸ ਗਿਆ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ। ਉਹ ਲੱਖਾਂ ਦਾ ਹੋ ਗਿਆ, ਉਹ ਬੜਾ ਅਮੋਲ ਹੋ ਗਿਆ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਤਾਓ ਦਰਸ਼ਨ ਕੀ ਕਰੋ ਸਮਾਏ। ਮੈਂ ਕੋਈ ਇਹ ਭਗਤ ਨਹੀਂ, ਭਗਤਾਂ ਦੇ ਹਿਰਦੇ ਵਿੱਚ ਜੇ ਰੱਬ ਪ੍ਰਗਟ ਹੋਇਆ, ਮੈਂ ਉਹਦੇ ਦੀਦਾਰ ਕਰਨ ਜਾ ਰਿਹਾ। ਮੈਂ ਦਰ ਮੰਗਤ ਭੀਖਿਆ ਪਾਏ। ਕਹਿੰਦੇ ਜੀ ਇਹ ਤੇ ਨੀਚ ਨੇ, ਇਹ ਤੇ ਮਲੀਨ ਨੇ, ਇਹਨਾਂ ਦਾ ਪਰਛਾਵਾਂ, ਇਹਨਾਂ ਨੂੰ ਸਪਰਸ਼ ਕੀ, ਇਹਨਾਂ ਦਾ ਪਰਛਾਵਾਂ ਵੀ ਮੈਲਾ ਹੈ। ਮਹਾਰਾਜ ਕਹਿੰਦੇ ਫਿਰ ਕੇਸਰ ਕੁਸਮ ਮਿਰਗ ਮੈਂ ਹਰਣਾ, ਸਰਬ ਸਰੀਰੀ ਚੜ੍ਹਦਾ। ਫਿਰ ਤੇ ਦੇਹ ਵਾਲਿਆਂ 'ਚ ਕੇਸਰ ਵਰਤਿਆ ਜਾਂਦਾ ਹੈ। ਕੇਸਰ ਮੈਲਾ ਨਹੀਂ ਹੋਇਆ ਕਦੀ। ਤੁਸੀਂ ਤੇ ਇਹ ਕਹਿੰਦੇ ਹੋ ਕਿ ਜਿਹੜਾ ਮੁਸਲਮਾਨ ਹੈ ਉਹ ਕੁਫਰ ਹੈ, ਉਹ ਪਾਪੀ ਹੈ, ਉਹ ਰੱਬ ਦੀ ਬੰਦਗੀ ਨਹੀਂ ਕਰਦਾ। ਤੇ ਕੇਸਰ ਜਿਨ੍ਹਾਂ ਇਲਾਕਿਆਂ 'ਚੋਂ ਆਉਂਦਾ ਹੈ, ਕਿਦੇ ਕਿਦੇ ਹੱਥ ਲੱਗਦੇ ਹੈ। ਕੇਸਰ ਤੇ ਕਦੀ ਮੈਲਾ ਨਹੀਂ ਹੋਇਆ। ਫੁੱਲ ਤੇ ਵੈਸੇ ਹੀ ਬਿਟਾਰ ਦਿੱਤਾ ਭੌਰੇ ਨੇ, ਉਹ ਤੁਸੀਂ ਕਹਿੰਦੇ ਹੋ ਸੁੱਚਾ ਹੈ। ਕੁਸਮ ਮਿਰਗ ਮੈਂ ਹਰਣਾ, ਕੁਸਮ ਕਹਿੰਦੇ ਫੁੱਲ, ਕਹਿੰਦੇ ਫੁੱਲਾਂ ਨੂੰ ਕਿਦੇ ਕਿਦੇ ਹੱਥ ਰੱਖ ਕੇ ਲੱਗ ਕੇ ਆਉਂਦੇ ਨੇ। ਫੁੱਲ ਤੇ ਕਦੀ ਮੈਲਾ ਨਹੀਂ ਹੋਇਆ। ਦੇਵ ਵਾਲਿਆਂ 'ਚ ਬੜੀ ਸ਼ੋਭਾ ਪਾਈ ਜਾਂਦੀ ਹੈ, ਇਸ਼ਟ ਨੂੰ ਪਵਾਇਆ ਜਾਂਦਾ ਹੈ, ਕੁਰਬਾਨ ਕੀਤਾ ਜਾਂਦਾ ਹਾਰ ਬਣਾ ਕੇ ਫੁੱਲਾਂ ਦਾ। ਮਿਰਗ ਮੈਂ ਕਹਿੰਦੇ ਕਸਤੂਰੀ, ਹਿਰਨ ਦੇ ਢਿੱਡ ਵਿੱਚੋਂ ਕਸਤੂਰੀ ਕੱਢੀ ਜਾਂਦੀ ਹੈ ਜਿਸ ਤੋਂ ਖੁਸ਼ਬੂ ਬਣਦੀ ਹੈ। ਕਹਿੰਦੇ ਤੁਸੀਂ ਕਹਿੰਦੇ ਹੋ ਜੀ ਵੈਸ਼ਨੋ, ਤੇ ਤੁਸੀਂ ਦੇਵ ਵਾਲਿਆਂ ਦੇ ਵਿੱਚ ਕਸਤੂਰੀ ਵਰਤਦੇ ਹੋ, ਜਿਹੜਾ ਮਾਂਸ ਦਾ ਲੋਥੜਾ ਹੈ ਕਿਸੇ ਦਾ, ਜਿਹੜਾ ਹਿਰਨ ਮਿਰਗ ਦੇ ਢਿੱਡ ਵਿੱਚੋਂ ਨਿਕਲਦਾ ਹੈ, ਉਹ ਤੇ ਕਦੀ ਮੈਲਾ ਨਹੀਂ ਹੋਇਆ। ਹਰਣਾ ਸੋਨਾ, ਕਹਿੰਦੇ ਸੋਨਾ ਤੁਸੀਂ ਕਦੀ, ਜਿਹੜਾ ਦੇਵ ਵਾਲਿਆਂ 'ਚ ਵੀ ਚੜ੍ਹਦਾ ਹੈ, ਹਰ ਥਾਂ 'ਤੇ ਵਰਤਿਆ ਜਾਂਦਾ ਹੈ, ਕਦੀ ਸੋਨਾ ਤੇ ਨਹੀਂ ਮੈਲਾ ਹੋਇਆ। ਕਦੀ ਕਿਸੇ ਸੁਨਿਆਰ ਨੇ ਸੋਨਾ ਇਹ ਕਹਿ ਕੇ ਵੇਚਿਆ ਕਿ ਅੱਜ ਦਾ ਮਾਰਕੀਟ ਦਾ ਰੇਟ 60,000 ਰੁਪਇਆ ਹੈ, ਮੈਂ ਇਹ ਸੋਨਾ 20,000 ਤੋਲਾ ਵੇਚ ਰਿਹਾ। ਕਿਉਂ ਭਾਈ? ਬਈ ਇਹ ਸੋਨਾ ਸ਼ੂਦਰ ਦੀ ਵੋਟੀ ਨੇ ਪਾਇਆ ਸੀ, ਇਹ ਸੋਨਾ ਨੀਚ ਜਾਤ ਦੀ ਔਰਤ ਨੇ ਪਾਇਆ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਕਦੀ ਸੋਨਾ ਸਸਤਾ ਵਿਕਿਆ? ਕਦੀ ਸੋਨੇ ਦੀ ਸੁੱਚ ਭਿੱਟ ਹੋਈ ਹੈ? ਕਹਿੰਦੇ ਨਾ ਕੇਸਰ ਦੀ ਸੁੱਚ ਭਿੱਟ, ਨਾ ਫੁੱਲ ਦੀ ਸੁੱਚ ਭਿੱਟ, ਨਾ ਢਿੱਡ ਵਿੱਚੋਂ ਨਿਕਲੀ ਹੋਈ ਮਾਸ ਦਾ ਲੋਥੜਾ ਕਸਤੂਰੀ ਉਹਦੀ ਸੁੱਚ ਭਿੱਟ, ਨਾ ਸੋਨੇ ਦੀ ਸੁੱਚ ਭਿੱਟ। ਕੇਸਰ ਕੁਸਮ ਮਿਰਗ ਮੈਂ ਹਰਣਾ, ਸਰਬ ਸਰੀਰੀ ਚੜ੍ਹਨਾ, ਸਾਰਿਆਂ ਲਈ ਬਰਾਬਰ ਹੈ। ਚੰਦਨ ਭਗਤਾਂ ਜੋਤ ਇਨੇ ਹੀ ਸਰਬੈ ਪਰਮਲ ਕਰਨਾ। ਕਹਿੰਦੇ ਚੰਦਨ ਤੇ ਕਦੀ ਮੈਲਾ ਨਹੀਂ ਆਖਿਆ। ਚੰਦਨ ਤੇ ਸਦਾ ਹੀ ਸੱਪ ਲਿਪਟਿਆ ਹੁੰਦਾ ਹੈ, ਉਹ ਤੇ ਜ਼ਹਿਰੀ ਹੁੰਦਾ ਹੈ। ਚੰਦਨ ਫਿਰ ਸ਼ੁੱਧ ਦਾ ਸ਼ੁੱਧ, ਪਵਿੱਤਰ ਦਾ ਪਵਿੱਤਰ। ਹੱਦ ਹੋ ਗਈ। ਮਹਾਰਾਜ ਕਹਿੰਦੇ ਮੈਨੂੰ ਇਹ ਦਲੀਲ ਦਿਓ, ਕਿਵੇਂ ਨੀਚ ਜਾਤ ਦਾ ਹੋ ਗਿਆ, ਉਹ ਕਿਵੇਂ ਅਪਰਸ ਹੋ ਗਿਆ, ਕਿਵੇਂ ਮਾੜਾ ਹੋ ਗਿਆ, ਕਿਵੇਂ ਸਮਾਜ ਦੇ ਵਿੱਚ ਉਹ ਦੂਜੇ ਨੰਬਰ ਜਾਂ ਤੀਜੇ ਨੰਬਰ ਦਾ ਹੋ ਗਿਆ? ਕਿਉਂ ਨਹੀਂ ਉਹਨੂੰ ਸਮਾਜ ਦੇ ਵਿੱਚ ਬਰਾਬਰੀ? ਚੰਦਨ ਭਗਤਾਂ ਜੋਤ ਨੇ ਹੀ, ਜਿਵੇਂ ਭਗਤ ਨੇ ਉਸ ਤਰ੍ਹਾਂ ਚੰਦਨ ਹੈ। ਜਿਵੇਂ ਚੰਦਨ ਨੇ ਖੁਸ਼ਬੂ ਦੇਣੀ ਹੈ, ਭਾਵੇਂ ਮੈਲਾਗਰ ਭਾਵ ਕਿ ਉਸ ਧਰਤੀ ਤੇ ਉਹਦੇ ਉੱਤੇ 100 ਵਾਰੀ ਕਿ 101 ਕੀ 100 ਨਾਗ ਵੀ ਲਿਪਟ ਜਾਣ, ਚੰਦਨ ਆਪਣਾ
ਠੰਡਕ ਦਾ ਤੇ ਖੁਸ਼ਬੂ ਦਾ ਤੱਤ ਨਹੀਂ ਛੱਡਦਾ। ਇਸ ਤਰ੍ਹਾਂ ਭਗਤ ਹੈ, ਭਾਵੇਂ ਉਹ ਨੀਚ ਜ਼ਾਤ ਸਮਾਜ ਦੇ ਵਿੱਚ ਪੈਦਾ ਹੋਣ ਤੇ ਭਾਵੇਂ ਉਹ ਜਿਵੇਂ ਮਰਜ਼ੀ ਹੋਣ, ਉਹਨਾਂ ਨੇ ਚੰਦਨ ਦੀ ਤਰ੍ਹਾਂ ਖੁਸ਼ਬੂ ਦੇਣੀ ਹੈ। ਚੰਦਨ ਭਗਤਾਂ ਜੋਤ ਨਹੀਂ ਸਰਬੈ ਪਰਮਲ ਕਰਨਾ, ਉਹਨਾਂ ਨੇ ਖੁਸ਼ਬੂ ਦੇਣੀ ਹੈ। ਫਿਰ ਮਹਾਰਾਜ ਕਹਿੰਦੇ ਘੇ ਪੱਟ ਭਾਂਡਾ ਕਹੈ ਨਾ ਕੋ। ਕਹਿੰਦੇ ਘਿਓ ਕਿੱਥੋਂ ਆਇਆ? ਕਹਿੰਦੇ ਘਿਓ ਤੇ ਕਦੀ ਜੂਠਾ ਨਹੀਂ ਹੋਇਆ, ਮੈਲਾ ਨਹੀਂ ਹੋਇਆ। ਪਰ ਇਹ ਨਹੀਂ ਪਤਾ ਕਿ ਘਿਓ ਤੇ ਪਸ਼ੂ ਦੀ ਚਰਬੀ ਹੈ, ਉਹਨੂੰ ਤੁਸੀਂ ਪਵਿੱਤਰ ਆਖਦੇ ਹੋ। ਕਿੰਨੇ ਬਿਟਾਰ ਦਿੱਤਾ? दूध ਤਾਂ ਬਛੜਿਆ ਥਨੋਂ ਬਿਟਾਰਿਓ, ਇਹ ਤੇ ਜ਼ਿਕਰ ਕੀਤਾ। ਤੁਸੀਂ ਕਹਿੰਦੇ ਹੋ ਸੁੱਚਾ ਘਿਓ ਨਿਕਲਿਆ ਦੁੱਧ ਵਿੱਚੋਂ। ਦੁੱਧ ਤੇ ਪਹਿਲਾਂ ਹੀ ਗਾਂ ਦੇ ਵੱਛੇ ਨੇ ਜੂਠਾ ਕਰ ਦਿੱਤਾ, ਉਹਦਾ ਥਣ ਗਾਂ ਦਾ, ਉਹ ਤੇ ਪਹਿਲਾਂ ਹੀ ਜੂਠਾ ਹੋ ਗਿਆ। ਘਿਓ ਕਦੀ ਜੂਠਾ, ਘਿਓ ਦੀ ਸੁੱਚ ਭਿੱਟ ਕਿਉਂ ਨਹੀਂ ਕੀਤਾ? ਘੇ ਪੱਟ ਰੇਸ਼ਮ, ਕਹਿੰਦੇ ਘਿਓ ਵੀ ਪਸ਼ੂ ਵਿੱਚੋਂ ਆਉਂਦਾ, ਉਹ ਵੀ ਕਹਿੰਦੇ ਤੁਸੀਂ ਸੁੱਚਾ ਹੈ। ਕਹਿੰਦੇ ਰੇਸ਼ਮ ਦਾ ਕੱਪੜਾ ਬੜਾ ਮਾਣ ਨਾਲ ਚੜਾਇਆ ਜਾਂਦਾ ਹੈ, ਦੇਵ ਵਾਲਿਆਂ ਤੇ ਪਾਇਆ ਜਾਂਦਾ ਹੈ। ਕਹਿੰਦੇ ਰੇਸ਼ਮ ਕਿੱਥੋਂ ਆਇਆ? ਕਹਿੰਦੇ ਰੇਸ਼ਮ ਤੇ ਆਉਂਦਾ ਹੀ ਕੀੜੇ ਵਿੱਚੋਂ ਹੈ। ਕਹਿੰਦੇ ਹੱਦ ਹੋ ਗਈ, ਇੱਕ ਪਸ਼ੂ ਵਿੱਚੋਂ ਨਿਕਲ ਰਿਹਾ, ਇੱਕ ਕੀੜੇ ਵਿੱਚੋਂ ਨਿਕਲ ਰਿਹਾ। ਉਹ ਚੀਜ਼ ਕਦੀ ਸੁੱਚ ਭਿੱਟ ਨਹੀਂ ਹੋਈ, ਉਹ ਕਦੀ ਅਸ਼ੁੱਧ ਨਹੀਂ ਹੋਈ। ਘੇ ਪੱਟ ਭਾਂਡਾ ਮਿੱਟੀ ਦਾ। ਤੇ ਭਾਈ ਜਿਹੜਾ ਘੁਮਿਆਰ ਮਿੱਟੀ ਦਾ ਭਾਂਡਾ ਬਣਾ ਰਿਹਾ, ਉਹ ਕਿੱਥੋਂ ਬਣਾ ਰਿਹਾ? ਉਹ ਤੇ ਘੁਮਿਆਰ ਕਬਰਸਤਾਨ ਦੀ ਮਿੱਟੀ ਪੁੱਟ ਕੇ ਲਿਆ ਰਿਹਾ। ਉਹ ਭਾਂਡਾ ਕਦੀ ਸੁੱਚ ਭਿੱਟ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਕਹਿੰਦੇ ਤੇ ਤੁਸੀਂ ਉੱਚੀਆਂ ਨੀਵੀਂ ਜ਼ਾਤਾਂ ਦਾ ਰੌਲਾ ਪਾ ਲਿਆ, ਹਿਲਾ ਕੇ ਰੱਖ ਦਿੱਤਾ ਗੁਰੂ ਨਾਨਕ ਸਾਹਿਬ ਜੀ ਦੀ ਇਹਨਾਂ ਦਲੀਲਾਂ ਨੇ। ਕੋਈ ਜਵਾਬ ਨਹੀਂ ਸੀ ਕਿਸੇ ਕੋਲ ਕਿ ਕੇਸਰ ਕੁਸਮ ਮਿਰਗ ਮੈਂ ਹਰਨਾ, ਸਰਬ ਸਰੀਰੀ ਚੜਨਾ, ਚੰਦਨ ਭਗਤਾ ਜੋਤ ਨਹੀਂ ਸਰਬੇ ਪਰਮਲ ਕਰਨਾ। ਘੇ ਪੱਟ ਭਾਂਡਾ ਕਹੈ ਨਾ ਕੋਈ, ਐਸਾ ਭਗਤ ਵਰਨ ਮੈਂ ਹੋਈ। ਇਹ ਹੈ ਭਗਤ ਜਿਹੜਾ ਕਦੀ ਮੈਲਾ ਤੇ ਸੁੱਚਾ ਨਹੀਂ ਹੁੰਦਾ। ਭਗਤ ਕਦੀ ਉੱਚ ਨੀਚ ਜ਼ਾਤ ਦੇ ਵਿੱਚ ਨਹੀਂ ਆਉਂਦਾ, ਤੇ ਭਗਤੀ ਕਰਨ ਵਾਲਾ ਕਦੀ ਉੱਚਾ ਨੀਚਾ ਨਹੀਂ ਹੋ ਸਕਦਾ, ਨੀਵਾਂ ਤੇ ਹੋ ਹੀ ਨਹੀਂ ਸਕਦਾ, ਉਹ ਸਦਾ ਹੀ ਉੱਚਾ ਹੈ। ਆੜ ਦਾਮ ਕੋ ਛੀਪਰੋ ਹੋਇਓ ਲਾਖੀ ਨਾ। ਇੱਕ ਕੌਡੀ ਦਾ ਲੋਕੀ ਕਹਿੰਦੇ ਸੀ, ਪਰ ਰੱਬ ਦੀ ਬੰਦਗੀ ਨੇ ਲੱਖਾਂ ਦਾ ਕਰ ਦਿੱਤਾ। ਇਹ ਜ਼ਾਤ ਪਾਤ ਦਾ ਜ਼ਿਕਰ ਕੀਤਾ। ਭਗਤ ਰਵਿਦਾਸ ਨੂੰ ਕਿੰਨੀ ਜ਼ਾਤ ਪਾਤ ਦਾ ਆਪਣੇ ਪਿੰਡੇ ਉੱਤੇ ਹੰਡਾਉਣਾ ਪਿਆ ਸਮੇਂ ਦੀ, ਲੋਕਾਂ ਵਿਪਰਵਾਦ ਦੀ। ਤਰਤਾਰ ਪਵਿੱਤਰ ਕਰਮਾਨੀਆਂ ਰੇ ਜੈਸੇ ਕਾਗਰਾ, ਕਰਤ ਵਿਚਾਰਨ ਭਗਤ ਭਗੌਤ ਲਿਖਿਆ ਤੇ ਉਪਰਿਆ, ਪੂਜੀਏ ਕਰ ਨਮਸਕਾਰਨ। ਰਵਿਦਾਸ ਜੀ ਕਹਿੰਦੇ ਮੈਨੂੰ ਸਾਰੇ ਚਮਾਰ ਆਖਦੇ ਸਨ। ਚਮ ਢੁੰਦਾ, ਚਮ ਦਾ ਕੰਮ ਕਰਦਾ। ਪਰ ਰਵਿਦਾਸ ਜੀ ਕਹਿੰਦੇ ਹਰ ਉਹ ਚਮਾਰ ਹੈ ਜਿਹਦਾ ਮਨ ਹਜੇ ਚਮ ਤੋਂ ਬਾਹਰ ਹੀ ਨਹੀਂ ਆਇਆ। ਕਿੱਡੀ ਕਮਾਲ ਦੀ ਗੱਲ ਕੀਤੀ। ਕਹਿੰਦੇ ਜਿਹਦੀ ਸੁਰਤ ਹਜੇ ਵੀ ਚੰਮ ਦੇ ਵਿੱਚ ਫਸੀ ਹੋਈ ਹੈ ਨਾ, ਸੱਚੀ ਮੁੱਚੀ ਉਹਦੇ ਅੰਦਰ ਰੋਗ ਹੈ। ਔਰ ਇਹਦਾ ਜ਼ਿਕਰ ਕੀਤਾ ਭਗਤ ਨਾਮਦੇਵ ਜੀ ਨੇ। ਪਰ ਧਨ ਪਰ ਦਾਰਾ ਪਰ ਹਰੀ, ਤਾਕੈ ਨਿਕਟ ਵਸੈ ਨਰ ਹਰੀ। ਪਹਿਲਾਂ ਆਪਣੇ ਮਨ ਵਿੱਚੋਂ ਪਰਾਇਆ ਚੰਮ, ਪਰਾਇਆ ਤਨ ਦਾ ਕਾਮ ਕੱਢੋ, ਤੇ ਪਰ ਧਨ ਪਰਾਇਆ ਧਨ ਦੀ ਭੁੱਖ ਕੱਢੋ, ਤਾਂ ਰੱਬ ਦੀ ਸਿਮਰਨ ਬੰਦਗੀ ਹੋਣੀ ਹੈ। ਪਰ ਧਨ ਪਰ ਦਾਰਾ, ਦਾਰਾ ਕਹਿੰਦੇ ਔਰਤ ਇਸਤਰੀ, ਇਸਤਰੀ ਤੇ ਮਰਦ, ਪਰਾਏ ਇਸਤਰੀ ਤੇ ਪਰਾਏ ਮਰਦ ਦੇ ਵੱਲ ਭੁੱਖ ਰੱਖਣੀ। ਇਹਨੂੰ ਕਿਹਾ ਚਮਾਰ। ਇਹ ਹੈ ਚੰਮ ਦੀ ਅਵਸਥਾ। ਮੈਂ ਲਫ਼ਜ਼ ਵਰਤ ਰਿਹਾ, ਇਹਨੂੰ ਹੋਰ ਪਾਸੇ ਨਾ ਲੈ ਜਾਓ, ਸੁਣਨ ਵਾਲੇ ਬੜੇ ਨੇ। ਭਗਤ ਰਵਿਦਾਸ ਜੀ ਨੇ ਸਪਸ਼ਟ ਕੀਤੀ ਕਿ ਮੈਨੂੰ ਚੰਮ ਢੋਣ ਵਾਲਾ ਆਖਿਆ। ਰਵਿਦਾਸ ਢਵੰਤਾ ਢੋਰ ਨੀਤ ਇਹਨੂੰ ਆਖਿਆ। ਇਹਦਾ ਜ਼ਿਕਰ ਕੱਲ ਨੂੰ ਥੋੜ੍ਹਾ ਜਿਹਾ ਫਿਰ ਹੋਰ ਭਗਤਾਂ ਦਾ ਵੀ ਕਰਾਂਗੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿੰਨਾ ਤਰਸ ਕੀਤਾ। ਕਹਿੰਦੇ ਐਸਾ ਭਗਤ ਵਰਨ ਮੈਂ ਹੋਈ। ਇਹ ਹੈ ਭਗਤ ਜਿਹੜਾ ਕਦੀ ਮੈਲਾ ਉੱਚਾ ਨੀਚਾ ਨਹੀਂ। ਤੇ ਰਵਿਦਾਸ ਜੀ ਨੇ ਰੱਬ ਦੀ ਬੰਦਗੀ ਕੀਤੀ। ਅਬ ਵਿਪਰ ਪ੍ਰਧਾਨ ਤਹਿ ਕਰੇ ਡੰਡੌਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਉਹ ਜਿਹੜੇ ਕਹਿੰਦੇ ਸੀ ਨੀਵੀਂ ਜ਼ਾਤ ਵਾਲਾ, ਕਹਿੰਦੇ ਜਿੱਥੋਂ ਲੰਘਦਾ ਮੁਸ਼ਕ ਮਾਰਦਾ, ਇਹਦਾ ਪਰਛਾਵਾਂ ਵੀ ਨਾ ਪੈ ਜਾਏ। ਅੱਜ ਰਵਿਦਾਸ ਜੀ ਕਹਿੰਦੇ ਮੇਰੀ ਕੱਖਾਂ ਦੀ ਕੁਲੀ ਦੇ ਬਾਹਰ, ਕਹਿੰਦੇ ਵਿਪਰਾਂ ਦਾ ਪ੍ਰਧਾਨ, ਬ੍ਰਾਹਮਣਾਂ ਦਾ ਵੀ ਉੱਚਾ ਬ੍ਰਾਹਮਣ, ਕਹਿੰਦੇ ਡੰਡੇ ਵੱਤ ਪਿਆ ਹੋਇਆ ਕਿ ਇੱਕ ਵਾਰੀ ਰਵਿਦਾਸ ਜੀ ਦਰਸ਼ਨ ਦੇ ਦਿਓ। ਕੋਈ ਇਹ ਰਵਿਦਾਸ ਦੀ ਆਪਣੀ ਕਮਾਈ? ਕਹਿੰਦੇ ਕਮਾਈ ਨਹੀਂ, ਇਹ ਰੱਬ ਦੇ ਨਾਮ ਦੀ ਬਰਕਤ ਹੈ। ਨੀਵੇਂ ਤੋਂ ਉੱਚਾ ਕਰ ਦਿੱਤਾ। ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਅਬ ਵਿਪਰ ਪ੍ਰਧਾਨ, ਵਿਪਰ ਪ੍ਰਧਾਨ ਬ੍ਰਾਹਮਣਾਂ ਦਾ ਵੀ ਪ੍ਰਧਾਨ ਤਹਿ ਕਰਾਂ ਡੰਡੌਤ। ਉਹ ਡੰਡੇ ਵੱਤ ਪਿਆ ਹੋਇਆ ਮੇਰੀ ਕੁੱਲੀ ਦੇ ਬਾਹਰ। ਨਾਮ ਦੀ ਬਰਕਤ ਏਡੀ ਵੱਡੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮਹਾਰਾਸ਼ਟਰ ਦੀ ਧਰਤੀ ਆਪ ਗਏ ਨੇ। ਤੁਸੀਂ ਦੇਖੋ ਗੁਜਰਾਤ ਦੇ ਕੰਢੇ ਤੋਂ ਸਤਿਗੁਰੂ ਜੀ
बेड़े तो सफ़र करते, वो सारा अरब सागर है, महाराष्ट्र दे आ सारा जिहड़ा मुंबई तो भी दिखदा है, जिहड़ा गुजरात तो भी दिखदा है, उत्थों सतगुरु जी अरब देश वाल गए ने। सतगुरु गुरु नानक साहब महाराज जी ऐसे भगत जिहड़े भगत नामदेव जी जिहड़े कमाल दी ऐसी उदाहरणा देंदे आ जीवन दी कमाई दी। भगत नामदेव जी 1270, पिता दाम शेटू, माता गोनाबाई, उन्हां दा जन्म होया। ते ये बीठुल नूं क्यों ते आउंदे सन, प्रश्न ये पैदा होया। बीठुल असल दे विच कृष्ण जी दी, विष्णु अवतार कृष्ण जी का एक नाम है। वो कैसा नाम है? एक बहुत सुंदर औरत सी, चंद्रकांत उन्होंने क्या, उहदी सुंदरता तो प्रभावित होकर लिखिया गया कि श्री कृष्ण जी उन्होंने लभण वास्ते सारे पासे दौड़ते ने ते अपना रूप ना गवाले वाला बना लेंदे ने श्री कृष्ण जी। ते एक दिन उन्होंने जंगल दे विच जिस थां ते भगत नामदेव जी का जन्म होया, कृष्णा नदी के कंढे ते, श्री कृष्ण जी गवाले का रूप बना के इट्टां दे उत्ते इट दे उत्ते भार ला के खड़ के ना उस सुंदर औरत नूं वेखदे ने। ते उस सुंदर औरत श्री कृष्ण जी गवाले का रूप है, वह मजाक बनाउंदी है, माड़ा बोलती है। हुण इट दे उत्ते भार पाया होया श्री कृष्ण जी ने। श्री कृष्ण जी अपना असल रूप दिखाउंदे है। श्री कृष्ण जी मोह के उहदे पिछे भज्जे सन, पर जद वो श्री कृष्ण दे दीदार करदी है तो वह श्री कृष्ण की दीवानी हो जाती है। वीठुल जिहड़ा विष्ठुल लफ्ज़ है, विष्ठुल वीट लफ्ज़ बनया इट तो। हुण थुल जिहड़ा लफ्ज़ है ना उस थल तो बनया। जिस थां दे उत्ते श्री कृष्ण विष्णु अवतार इट दे उत्ते हथ रख के खड़े होए उन्होंने वीठुल आख्या गया। उस स्थान ते श्री कृष्ण जी नूं वीठुल नाम तो पूजिया जाता है। सुनियो बड़े ध्यान नाल, ये सरगुण भगती तो निर्गुण भगती का सफ़र है। अज तुहाडे मन दे विच बड़े शंके पैदा हो जाणगे कि श्री कृष्ण की विचार क्यों हो रही है, ये विष्ठुल की विचार क्यों हो रही है। पर ये सारे शंके भगत नामदेव जी की बाणी ते गुरु ग्रंथ साहब जी की बाणी दूर करेगी। और नामदेव जी के पिता ने दाम शेटू जी ने उस वीठुल सरगुण भगती की आराधना शुरू की ते घर दे विच पुत्र की दात मिली ते वो सारा परिवार वीठुल के पुजारी बन गए ते मूर्ति पूजा करन लग गए। एक दिन का जिक्र ये दसिया कि जब नामदेव जी की उम्र सिर्फ 4.5, 5, 6 साल, कोई 5 साल लिखते हैं, तो जेड़े नामदेव जी के पिता ने दाम शेटू, कई नाना जी का भी जिक्र करते हैं इतिहास से। उन्होंने पिंड तो बाहर जाना सी ते वो पिंड तो बाहर गए ने, पिछों कह गए ने गोनाबाई जी नूं कि तुसी वीठुल की पूजा करनी है तो वीठुल नूं भोग जरूर लगाउणा है। ये नेम है साडे परिवार का कि असी सरगुण भगती करते हाँ। वो कहती ठीक है। गोनाबाई ने की कीता, 5 साल के नामदेव नूं कहा कि मैं तेनों गां का दुध चो के देनी हाँ, जिमें पिता जी ये गां का दुध भोग लाउंदे है, जाके तू वीठुल नूं भोग ला तो फिर असी कुछ खाईए। हुण नामदेव ने कदी नहीं वेख्या कि भोग लाउणा हुंदा की है। नामदेव के मन दे विच ते ये ख्याल है कि शायद ये वीठुल पहला दुध पीएगा तो फिर जाके असी रोटी खावांगे, कि पिता रोज़ इन्हां नूं दुध पिआउंदे ने ते तां साडे घर दे विच अन्न दा निवाला साडे संग तो साडे गल तो थल्ले लथदा है। हुण 5 साल की उम्र दे विच भगत नामदेव जी वीठुल अगे बह गए दुध का प्याला लैके ते उचारदे है, दूध पियो गोबिंदे राय। ये बाणी का बचन है कि दुध पियो जी। क्यों? कहते नहीं तो घर को बाप रिसाए, मेरा पिता गुस्सा करेगा, रोज़ भोग लाउंदा है, अज मेरा बाप अज मेरा पिता नहीं है, अज मेरी सेवा लगी है, मैं तुहानूं भोग लाउणा है, तुहानूं दुध पिलाउणा है। ये नायदेव कहंदे इनूं, नायदेव कहंदे भोग लाउणा, मैं नायदेव तुहानूं कराउणा, जे नहीं कराओगे तो मेरी माँ कुछ नहीं खाएगी। और ये जिक्र है कि 5 साल की उम्र दे विच जार जार रोए भगत नामदेव जी। कई घंटे उस वीठुल की मूर्ति के लवे लागे बैठ के नामदेव जी ने जिद की कि ये दुध पीना पेगा, जे दुध नहीं पिओगे की होया, मेरा पिता पिलाउंदा, अज मैं पिला रहा तो मेरे हथों पीओ।
पर यह नहीं पता कि विठुल नूं कदी भी दुध पिलाया नहीं जाता, बस भोग लाउण की मर्यादा की जाती है। ये इस तरह की एक रस्म की जाती है, पर नहीं समझ आई, नहीं सोझी आई। पर भोले भाए जिहड़ा चित सी उन्हें रब नूं जित लिया। और जिस निर्गुण भगती वाल भगत नामदेव जी तुरे ने, उस निर्गुण भगती का पहला कदम 5 साल की उम्र दे विच भगत नामदेव जी के हिरदे विच विराग पैदा करता है। पर भावें वो सरगुण तो शुरू हुई है, असी कहिए कि असी ऊड़ा ऐड़ा सिखते हाँ, असी ABCD सिखते हाँ, ठीक है, असी प्री नर्सरी विच बच्चे नूं पाउंदे है। पर जे वो 5वीं क्लास तक ही ABCD सीख रहा है, जे वो 10वीं क्लास तक ही ऊड़ा ऐड़ा पढ़ रहा, फिर वो जीवन दे विच कदी भी विदवता नहीं हुई, उत्थे ही खड़ा होया। की हो गया जे सरगुण भगती तो शुरुआत की पर रुके तो नहीं ना, सरगुण तो निर्गुण तक तो पहुँचे ने ना, किथे ऊड़ा एड़ा तो नहीं रुके रहे ना, कि असी सारी उम्र उत्थे कर्म कांडां दे विच। यह है भगत नामदेव जी के दिन बनाने। भगत नामदेव जी दे उस विराग अवस्था की अरदास विचों कहंदे रब ने दुध पीता, विठुल ने दुध पीता। भगत नामदेव जी 7 या 8 साल की उम्र दे विच कहंदे 2 पत्थरां नूं जोड़ के, टैलां जी पत्थरां नूं जोड़ के ना, कहंदे कदी ताली वजा के विठुल विठुल गाउंदे सन, जिवें पिता गाउंदा सी। कहंदे वो पिता ताली वजाउंदा सी ते आप 2 पत्थरां नूं लै के वजा के वो विठुल दे भजन गाउंदे सन। वो गाई जाते सन, दिन भी गाते रात भी गाते। ऐसी तलब लगी, वो 5 साल की उम्र की घटना विठुल नूं दुध पिलाउण वाली मन के अंदर अणियाला तीर मार गई। उहदे उस घटना ने मन के अंदर विराग पैदा करता। दिन रात विठुल गाउणा, कहंदे इन्नी विरागमई अवस्था च गाउंदे सी, कहंदे कई घंटे गा के ते गश खा के डिग भी जाते सन, बेहोश भी हो जाते सन भगत नामदेव जी। भगत नामदेव जी के जीवन से पलटा किमें आया, जीवन से तब्दीली किमें आई, सिर्फ समा 2-4 मिनटां का रह गया। इस गल नूं समझिए, जे ये गल पकड़ विच नहीं आएगी ना, फिर अज दी कीती हुई सारी कथा साडे मन च शंके पैदा कर देगी। भगत नामदेव जी के जिहड़े सब तो परम मित्र ने, उन्हां दा जिक्र हर एक विद्वान ने किया। भगत नामदेव जी का जीवन लिखण लग्या, उन्हां दा नाम है ज्ञानदेवी, ज्ञानदेव। श्रीमान ज्ञानदेव भगत नामदेव जी के मित्र ने, उन्होंने ही थोड़े जे वड्डे ने, हम उम्र ने। ज्ञानदेव के नाल भगत नामदेव जी की मित्रता भी है, तो रब की बंदगी भी दोनों इकट्ठे बैठ के करते हैं। एक संत भगत का जिक्र भगत नामदेव के कंटैंपरेरी होर मिलता है, जिन्हां दा नाम है गोराबाई, गोरा देव भी कहिंदे है। संत गोरा जिहड़ा एक कुम्हार है। एक दिन भगत नामदेव जी, ज्ञानदेव ते संत गोरा इकट्ठे बैठे सन। तो ज्ञानदेव क्योंकि हुण गोरा जिहड़ा वो कुम्हार है, भांडे बनाउंदा है मिट्टी दे, ते बिल्कुल सहज सुभाए ज्ञानदेव ने कहा, वे परखी देखी सारे बैठे सी, वे गोरा देख भांडे टनका के कि केड़ा भांडा कच्चा कि केड़ा भांडा पक्का है। बड़ी रमजी गल कीती। कच्चे ते पक्के दा मतलब की है कि प्रभु दे नाम दे विच जुड़े हुए पक्के सच्चे भांडे ने, प्रभु के नाम तो विछड़े हुए सारे कच्चे हैं, तिड़क जावांगे। अंदरों झूठे पैज बाहर, दुनिया अंदर फैल 68 तीरथ जे नावैं, उतरै ना ही मैं। एक कच घड़च वाली अवस्था है। हुण वो तो सहज सुभाए मजाक किया, उम्रां भी छोटियां सन, कोई इन्नी सोझी नहीं सी नामदेव नूं। जिहड़ा संत गोरा सी ना, उन्हें सारियां दे मत्थे टणकाने शुरू कर दिते। ज्ञानदेव का टणकाया, होर 2-4 बैठे सन उहदा टणकाया। जब नामदेव का टणकाया, कोई नहीं बोलिया, किसी ने कुछ नहीं किया। भगत नामदेव बोल पिया कि वो गोरा संत, वो संत गोरिया, ये कोई मिट्टी के भांडे थोड़ी है, तो साडे शरीर ने। तो ज्ञानदेव ने उसी वेले क्या, देख लै गोरिया, हजे नामदेव कच्चा ही है, हजे पक्का नहीं है, हजे कच्चा है। जे पक्का होंदा तो इनू पता होंदा कि सवाणी बाजार दे विच कोई भांडा लैण जांदी है तो 10 वारी टणका के वेखदी है कि कुंभे बद्धा जल रहा है, जल बिल कुंभ ना होए। तो जे ये सोचदा मैं रब का ज्ञान हासिल करना है, तो रब का ज्ञान जद भी कोई एक गुरु बनाएगा तो गुरु इस भांडे नूं टणका के वेखेगा कच्चा है जां पक्का है। एवें थोड़ी रब की दात कोई पै जाएगी इहदे विच। कोई सवाणी घरों भांडा लैण जाए तो 10 वारी टणका के वेखदी है, वे नाम देवा रब ते तूं गल ते बीठुल दी करदा है।
ਭਗਤੀ ਬੜੀ ਕਰਦਾ ਹੈ, ਗਾ ਗਾ ਕੇ ਗਸ਼ ਖਾ ਕੇ ਡਿੱਗ ਜਾਂਦਾ, ਪਰ ਤੈਨੂੰ ਇਹ ਨਹੀਂ ਪਤਾ ਭਾਂਡਾ ਤਿਆਰ ਕਿਵੇਂ ਕਰਨਾ। ਇਸ ਗੱਲ ਨੇ ਭਗਤ ਨਾਮਦੇਵ ਦੇ ਹਿਰਦੇ ਵਿੱਚ ਬੜੀ ਡੂੰਘੀ ਸੱਟ ਮਾਰੀ। ਕਹਿੰਦੇ ਮੈਂ ਕਰਾਂ ਕੀ? ਸੱਚ ਤੇ ਇਹ ਹੈ ਨਾ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਕਹਿੰਦੇ ਫਿਰ ਗੁਰੂ ਦੀ ਤਲਬ ਪੈਦਾ ਹੋਈ, ਕਿੱਥੇ ਜਾਵਾਂ? ਤੇ ਗਿਆਨਦੇਵ ਨੇ ਰਸਤਾ ਪਾਇਆ। ਗਿਆਨਦੇਵ ਨੇ ਭਗਤ ਨਾਮਦੇਵ ਜੀ ਨੂੰ, ਇੱਕ ਪੰਡਤ ਸੀ ਪੁਜਾਰੀ, ਨਾਗਨਾਥ ਦਾ ਮੰਦਰ ਦਾ ਪੁਜਾਰੀ, ਜਿਹਦਾ ਨਾਮ ਸੀ ਵਿਸ਼ੋਭਾ ਪਾਸੇ। ਵਿਸ਼ੋਭਾ ਖੇਚਰ ਨਾਮ ਲਿਖਿਆ ਹੋਇਆ ਵਿਦਵਾਨਾਂ ਨੇ। ਵਿਸ਼ੋਭਾ ਖੇਚਰ ਦੇ ਕੋਲ ਭਗਤ ਨਾਮਦੇਵ ਜੀ ਨੂੰ ਭੇਜਤਾ ਕਿ ਇਸ ਰਸਤੇ ਤੁਰ ਜਾ, ਨਾਗਨਾਥ ਦੇ ਮੰਦਰ ਦੇ ਵਿੱਚ ਤੈਨੂੰ ਜਿਹੜਾ ਪੁਜਾਰੀ ਮਿਲੇਗਾ ਉਹਦਾ ਨਾਮ ਵਿਸ਼ੋਭਾ ਖੇਚਰ ਹੈ। ਉਹ ਤੈਨੂੰ ਜੀਵਨ ਦਾ ਸੱਚ ਦੱਸੇਗਾ ਤੇ ਤੇਰਾ ਜਿਹੜਾ ਜ਼ਿੰਦਗੀ ਰੂਪੀ ਭਾਂਡਾ ਜਿਹਦੇ ਵਿੱਚ ਪ੍ਰਭੂ ਦਾ ਨਾਮ ਅੰਮ੍ਰਿਤ ਪੈਣਾ, ਉਹ ਭਾਂਡਾ ਪੱਕਾ ਹੋ ਜਾਏਗਾ। ਹੁਣ ਵਿਸ਼ੋਭਾ ਖੇਚਰ ਨੂੰ ਜਿਸ ਵੇਲੇ ਪਤਾ ਲੱਗਿਆ ਨਾ ਨਾਮਦੇਵ ਆ ਰਿਹਾ, ਬਈ ਗੱਲ ਤੇ ਇਹ ਹੈ ਕਿ ਜਦ ਗੁਰੂ ਪਰਖਦਾ ਹੈ ਨਾ, ਫਿਰ ਗੁਰੂ ਬੜੇ ਰੂਪ ਦੇ ਵਿੱਚ ਪਰਖਦਾ। ਐਵੇਂ ਦਾਤ ਨਹੀਂ ਮਿਲਦੀ ਗੁਰੂ ਦੀ, ਗੁਰੂ ਦੀ ਦਾਤ ਭਾਂਡਾ ਪਰਖ ਕੇ ਮਿਲਦੀ ਹੈ। ਉਹ ਜਿਹੜਾ ਵਿਸ਼ੋਭਾ ਖੇਚਰ ਸੀ, ਸ਼ਿਵਲਿੰਗ ਦੇ ਉੱਤੇ ਪੈਰ ਰੱਖ ਕੇ ਪੈ ਗਿਆ ਲੰਮਾ। ਤੇ ਜਿਸ ਵੇਲੇ ਨਾਮਦੇਵ ਪਹੁੰਚੇ ਤੇ ਉਹਨਾਂ ਨੂੰ ਸਤੀ ਕਪੜੀ ਅੱਗ ਲੱਗ ਗਈ। ਇਹ ਕੌਣ ਹੈ? ਇਹ ਕਿਹੜਾ ਮੂਰਖ ਮਨੁੱਖ ਬੈਠਾ ਹੈ? ਤੇ ਜਿਹੜਾ ਵਿਸ਼ੋਭਾ ਖੇਚਰ ਸੀ ਉਹਨਾਂ ਨੇ ਆਪਣਾ ਸਰੀਰ ਕੋੜੀ ਵਾਲਾ ਬਣਾ ਲਿਆ ਤੇ ਉਹਦੇ ਉੱਤੇ ਪੈਰ ਰੱਖਤੇ। ਤੇ ਜਿਸ ਵੇਲੇ ਨਾਮਦੇਵ ਜੀ ਉਸ ਥਾਂ ਤੇ ਪਹੁੰਚੇ ਤੇ ਉਹਨਾਂ ਨੇ, ਨਾਮਦੇਵ ਜੀ ਨੇ ਉਹਦੇ ਪੈਰ ਘੁੱਟ ਕੇ ਫੜ ਕੇ ਵਿਸ਼ੋਭਾ ਖੇਚਰ ਦੇ ਐਂ ਘਸੀਟੇ। ਕਿਹੜੇ ਪਾਸੇ? ਕਿ ਜਿੱਥੇ ਸ਼ਿਵਲਿੰਗ ਨਹੀਂ, ਜਿੱਥੇ ਇਹ ਬੀਠੁਲ ਦੀ ਮੂਰਤੀ ਨਹੀਂ ਹੈ। ਕਿੱਥੇ? ਕਹਿੰਦੇ ਜਿੱਥੇ ਜਿੱਥੇ ਖਿੱਚੇ, ਨਾਮਦੇਵ ਨੂੰ ਅੰਦਰ ਸੋਝੀ ਹੋ ਗਈ ਕਿ ਐਸਾ ਥਾਂ ਕਿਹੜਾ ਹੈ ਕਿ ਈਬਹਿ ਬੀਠੁਲ ਊਬਹਿ ਬੀਠੁਲ, ਬੀਠੁਲ ਬਿਨ ਸੰਸਾਰ ਨਹੀਂ। ਇਹ ਸੋਝੀ ਵਿਸ਼ੋਭਾ ਖੇਚਰ ਨੇ ਕਰਾਈ। ਫਿਰ ਵਿਸ਼ੋਭਾ ਖੇਚਰ ਦੇ ਸਰੀਰ ਵਿੱਚ ਲਹੂ ਨਿਕਲ ਰਿਹਾ ਸੀ, ਕਿਉਂਕਿ ਕੋੜੀ ਦਾ ਰੂਪ ਧਾਰਿਆ ਹੋਇਆ ਸੀ, ਪੀਕ ਜੀ ਨਿਕਲਦੀ ਸੀ। ਵਿਸ਼ੋਭਾ ਖੇਚਰ ਨੇ ਕਿਹਾ ਮੈਂ ਤੇ ਕੋੜੀ ਹਾਂ, ਇੱਕ ਕੰਮ ਕਰ, ਮੈਨੂੰ ਚੱਕ ਤੇ ਮੈਨੂੰ ਬਾਹਰ ਲੈ ਚੱਲ ਧੁੱਪ 'ਚ, ਇੱਥੇ ਅੰਦਰ ਛਾਂ ਹੈ। ਹੁਣ ਇਹ ਬੜਾ ਵੱਡਾ ਇਮਤਿਹਾਨ ਸੀ। ਕੋੜੀ ਵਾਲਾ ਸਰੀਰ, ਭਗਤ ਨਾਮਦੇਵ ਨਰੋਆ ਸਰੀਰ, ਲਹੂ ਵੀ ਤੇ ਪੀਕ ਵੀ ਬਹਿ ਰਹੀ ਹੈ ਸਰੀਰ ਵਿੱਚੋਂ, ਪਰ ਭਗਤ ਨਾਮਦੇਵ ਜੀ ਨੇ ਇੱਕ ਖਿੰਨ ਨਹੀਂ ਲਾਇਆ। ਆਪਣੀ ਕੰਡ ਦੇ ਉੱਤੇ ਵਿਸ਼ੋਭਾ ਖੇਚਰ ਨੂੰ ਚੱਕਿਆ, ਸਾਰਾ ਨਾਮਦੇਵ ਦਾ ਸਰੀਰ ਲਹੂ ਤੇ ਪੀਕ ਨਾਲ ਭਰ ਗਿਆ ਤੇ ਉਹਨੂੰ ਧੁੱਪ 'ਚ ਲੈ ਕੇ ਆਏ। ਨਾਮਦੇਵ ਦਾ ਜਿਹੜਾ ਗੁਰੂ ਵਿਸ਼ੋਭਾ ਖੇਚਰ ਕਹਿੰਦਾ ਸੀ, ਅੱਜ ਤੂੰ ਇਮਤਿਹਾਨ ਨੂੰ ਪਾਸ ਕਰ ਲਿਆ, ਅੱਜ ਤੋਂ ਬਾਅਦ ਜਿਹੜੀ ਤੂੰ ਸਰਗੁਣ ਭਗਤੀ ਕਰਦਾ ਸੀ, ਜਿਹੜਾ ਤੂੰ ਬੀਠੁਲ ਬੀਠੁਲ ਗਾ ਕੇ ਮੂਰਤੀ ਪੂਜਦਾ ਸੀ, ਅੱਜ ਤੋਂ ਬਾਅਦ ਤੂੰ ਗਾਏਂਗਾ ਸਭੈ ਘਟ ਰਾਮ ਬੋਲੇ। ਇਹ ਮੈਂ ਤੈਨੂੰ ਵਿਦਿਆ ਦੇਵਾਂਗਾ। ਇਹ ਵਿਚਾਰਾਂ ਹੁਣ ਕੱਲ੍ਹ ਤੋਂ ਸ਼ੁਰੂ ਕਰਾਂਗੇ। ਅੱਜ ਭਗਤ ਨਾਮਦੇਵ ਜੀ ਦਾ ਜੀਵਨ, ਉਹਨਾਂ ਦਾ ਇਲਾਕਾ, ਉਹਨਾਂ ਦਾ ਪਿਛੋਕੜ, ਉਹਨਾਂ ਦਾ ਪਿੰਡ, ਉਹਨਾਂ ਦਾ ਸੰਨ ਜਿਹੜਾ 1270, ਪਿਤਾ ਉਹਨਾਂ ਦੇ ਮਾਤਾ ਜੀ, ਉਹਨਾਂ ਦੇ ਮਿੱਤਰ ਗਿਆਨਦੇਵ ਗੋਰਾ ਸੰਤ, ਇਹ ਦੋਨੋਂ ਸਦਾ ਹੀ ਚੱਲਣਗੇ ਉਹਨਾਂ ਦੇ ਨਾਲ, ਕਿਉਂਕਿ ਬੜਾ ਲੰਬਾ ਸਫ਼ਰ ਕੀਤਾ ਭਗਤ ਨਾਮਦੇਵ ਜੀ ਨੇ ਪੂਰੀ ਇਸ ਸਾਡੀ ਹਿੰਦੁਸਤਾਨ ਭਾਰਤ ਦੇਸ਼ ਦੀ ਧਰਤੀ ਦਾ। ਪੰਜਾਬ ਤੱਕ ਪਹੁੰਚਿਆ, ਦਿੱਲੀ ਦੀ ਧਰਤੀ, ਹਸਤਨਾਪੁਰ, ਕਾਸ਼ੀ ਗਏ ਹੈ, ਬਨਾਰਸ ਗਏ ਹੈ, ਤ੍ਰਿਵੇਣੀ ਗਏ ਹੈ, ਇਲਾਹਾਬਾਦ ਗਏ ਹੈ, ਅੱਗੇ ਬੋਧ ਗਇਆ ਗਏ ਹੈ, ਇੱਥੇ ਜਗਨਨਾਥਪੁਰੀ ਉੜੀਸਾ ਤੱਕ ਗਏ ਹੈ। ਇਹ ਸਾਰਾ ਜਿਹੜਾ ਇਤਿਹਾਸ ਹੈ ਭਗਤ ਨਾਮਦੇਵ ਜੀ ਦਾ, ਆਉਣ ਵਾਲੇ 2 ਦਿਨਾਂ ਦੇ ਸਮਾਗਮਾਂ ਵਿੱਚ ਕਰਾਂਗੇ। ਆਪ ਸੰਗਤ ਅੱਜ ਥੋੜ੍ਹਾ ਜਿਹਾ ਦੇਰੀ ਨਾਲ ਆਇਓ। ਕੱਲ੍ਹ ਨੂੰ ਬੇਨਤੀ ਕਰਾਂਗੇ ਜੀ, ਕਥਾ ਦਾ ਜਿਹੜਾ ਸਮਾਂ ਹੈ ਨਾ, 7:15 ਵਜੇ ਤਕਰੀਬਨ ਇੱਥੇ ਸਮਾਗਮ ਕਥਾ ਦੇ ਸ਼ੁਰੂ ਹੁੰਦੇ ਹੈ। 7:15 7:30 ਵਜੇ ਦੇ ਵਿੱਚ ਸਾਰੀ ਸੰਗਤ ਆ ਜਾਓ, ਤਾਂ ਕਿ ਭਗਤ ਨਾਮਦੇਵ ਜੀ ਦੇ ਜੀਵਨ ਤੋਂ ਅਸੀਂ ਖੁਸ਼ੀਆਂ ਤੇ ਆਨੰਦ ਪ੍ਰਾਪਤ ਕਰ ਸਕੀਏ। ਬੜੀ ਬੇਅੰਤ ਬਾਣੀ ਕੱਲ੍ਹ ਵਿਚਾਰਾਂਗੇ। ਸਮਾਂ ਸਮਾਪਤੀ ਵਾਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ, ਆਪ ਸੰਗਤਾਂ ਦਾ ਸ਼ੁਕਰਾਨਾ, ਤੇਰਾ ਆਸਾ ਵੈਲਫੇਅਰ, ਜਿੰਨੇ ਗੁਰਮੁਖ ਪਿਆਰੇ ਨੇ ਸਾਰਿਆਂ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ, ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਸਾਰੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तीन दिन का समारोह है, 3 दिन का प्रोग्राम है जो अनंत है। तीनों दिन
ਭਾਈ ਸਾਹਿਬ ਜੀ ਕੀ ਨੂੰ ਹਾਲ ਹੈ?